ਸ੍ਰੀ ਅਕਾਲ ਜੀ। FYI ਮੀਡੀਆ ਤੇ ਆਪ ਸਭ ਦਾ ਸਵਾਗਤ। ਮੈਂ ਹਾਂ ਚਮਕੌਰ ਸਿੰਘ ਮਾਛੀਕੇ। ਹਰ ਰੋਜ਼ ਦੀ ਤਰ੍ਹਾਂ ਅਸੀਂ ਖਾਸ ਮੁਲਾਕਾਤ ਦੇ ਵਿੱਚ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ। ਅੱਜ ਸਾਡੇ ਖਾਸ ਮਹਿਮਾਨ ਹੋਣਗੇ ਮੰਨਨ ਗੁਪਤਾ ਜੀ ਟੋਰਾਂਟੋ ਤੋਂ, ਜਿਹੜੇ ਕਿ ਰੋਡ ਟੂਡੇ ਮੈਗਜ਼ੀਨ ਦੇ ਪਬਲਿਸ਼ਰ ਨੇ। ਰੋਡ ਟੂਡੇ ਮੈਗਜ਼ੀਨ ਇੱਕ ਕੈਨੇਡੀਅਨ ਮੈਗਜ਼ੀਨ ਹੈਗਾ, ਜਿਹੜਾ ਕਿ ਟਰੱਕਿੰਗ ਇੰਡਸਟਰੀ ਦੇ ਨਾਲ ਜੁੜਿਆ ਹੋਇਆ, ਔਰ ਪੂਰੇ ਕੈਨੇਡਾ ਦੇ ਵਿੱਚ ਤੁਸੀਂ ਪੰਜਾਬੀ ਦੇ ਵਿੱਚ ਇਸ ਮੈਗਜ਼ੀਨ ਨੂੰ ਪੜ੍ਹਦੇ ਹੋ। ਬੜੀ ਵੱਡੀ ਦੇਣ ਅਸੀਂ ਕਹਿ ਸਕਦੇ ਹਾਂ ਕਿ ਮੰਨਨ ਗੁਪਤਾ ਹੋਣਾ ਦੀ ਹੈਗੀ ਆ। ਔਰ ਮੰਨਨ ਗੁਪਤਾ ਜੀ ਨਾਲ ਦੇ ਨਾਲ ਸਾਡੇ ਮੀਡੀਆ ਦੇ ਖੇਤਰ ਦੇ ਵਿੱਚ ਵੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਆਪਾਂ ਮੰਨਨ ਗੁਪਤਾ ਜੀ ਦਾ ਸਵਾਗਤ ਕਰਦੇ ਹਾਂ, ਤੇ ਨਾਲ ਦੀ ਨਾਲ ਫਿਰ ਅਸੀਂ COVID-19 ਨੂੰ ਲੈ ਕੇ ਜਿਹੜਾ ਟਰੱਕਿੰਗ ਇੰਡਸਟਰੀ ਦੇ ਉੱਪਰ ਪ੍ਰਭਾਵ ਪਏ ਆ, ਤੇ ਓਵਰਆਲ ਕੀ ਪ੍ਰਭਾਵ ਪਏ ਨੇ COVID-19 ਦੇ, ਉਹਦੇ ਤੇ ਗੱਲਬਾਤ ਕਰਾਂਗੇ। ਆਓ ਆਪਾਂ ਮੰਨਨ ਗੁਪਤਾ ਜੀ ਦਾ ਸਵਾਗਤ ਕਰੀਏ। ਸਭ ਤੋਂ ਪਹਿਲਾਂ ਗੁਪਤਾ ਜੀ, ਸਵਾਗਤ ਹੈ ਤੁਹਾਡਾ FYI ਮੀਡੀਆ। बहुत बहुत शुक्रिया चमकौर जी, धन्यवाद। और FYI मीडिया ਦੇ ਨਾਲ ਜੁੜ ਚੁੱਕੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਥੈਂਕ ਯੂ ਫॉर ਹੈਵਿੰਗ ਮੀ। ਖਾਸ ਮੁਲਾਕਾਤ ਦੇ ਵਿੱਚ ਅੱਜ ਤੁਸੀਂ ਮੁਲਾਕਾਤ ਕਰਵਾ ਰਹੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਗੁਪਤਾ ਜੀ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਤੁਸੀਂ ਪਬਲਿਸ਼ਰ ਹੋ ਗਏ ਹੋਗੇ ਜਿਹੜਾ ਸਾਡਾ ਰੋਡ ਟੂਡੇ ਮੈਗਜ਼ੀਨ ਆ। ਸਭ ਤੋਂ ਪਹਿਲਾਂ ਤਾਂ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਜਾਣਨਾ ਪਾਓ ਕਿ ਰੋਡ ਟੂਡੇ ਮੈਗਜ਼ੀਨ ਕਦੋਂ ਸਟਾਰਟ ਹੋਇਆ ਸੀਗਾ, ਔਰ ਇਸ ਟਾਈਮ ਕੀ ਪੋਜੀਸ਼ਨ ਹੈਗੀ ਆ ਇਸ ਸਾਡੀ ਕੈਨੇਡੀਅਨ ਟਰੱਕਿੰਗ ਇੰਡਸਟਰੀ ਨੂੰ ਕੀ ਦੇਣ ਹੈਗੀ ਹੈ ਇਸ ਮੈਗਜ਼ੀਨ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ। ਦੇਖੋ, ਰੋਡ ਟੂਡੇ ਮੈਗਜ਼ੀਨ ਜਿਹੜੀ ਚਮਕੌਰ ਜੀ 2004 ਤੋਂ ਲਗਾਤਾਰ ਟਰੱਕਿੰਗ ਇੰਡਸਟਰੀ ਸਾਡੇ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਸਰਵ ਕਰ ਰਹੀ ਹੈ, ਔਰ ਸਮੁੱਚੇ ਕੈਨੇਡਾ ਦੇ ਵਿੱਚ ਮਿਲਦੀ ਹੈ ਇਸ ਵੇਲੇ ਵੱਖਰੇ ਵੱਖਰੇ ਟਰੱਕ ਸਟਾਪਸ ਤੇ ਵੱਡੀਆਂ ਡੀਲਰਸ਼ਿਪਸ ਦੇ ਉੱਤੇ। ਔਰ ਇੰਗਲਿਸ਼, ਪੰਜਾਬੀ ਔਰ ਹਿੰਦੀ ਦੇ ਵਿੱਚ ਛਪਣ ਵਾਲੀ ਇਕਲੌਤੀ ਐਸੀ ਪਬਲੀਕੇਸ਼ਨ ਹੈ ਜੋ ਕਿ ਲਗਾਤਾਰ ਪਿਛਲੇ 16 ਸਾਲਾਂ ਤੋਂ ਕਮਿਊਨਿਟੀ ਨੂੰ ਸਰਵ ਕਰ ਰਹੀ ਹੈ। ਇਸ ਵੇਲੇ ਨਿਊਕਾਮ ਸਾਊਥ ਏਸ਼ੀਅਨ ਮੀਡੀਆ ਕੰਪਨੀ ਦੇ ਬੈਨਰ ਹੇਠਾਂ ਮੈਗਜ਼ੀਨ ਛਪਦੀ ਹੈ। ਨਿਊਕਾਮ ਕੰਪਨੀ ਉਹ ਹੈ ਜਿਹੜੀ ਕੈਨੇਡਾ ਦੇ ਸਮੁੱਚੇ ਟਰੱਕਿੰਗ ਸੈਕਟਰ, ਸਪਲਾਈ ਚੇਨ, ਵੇਅਰ ਹਾਊਸਿੰਗ ਨੂੰ ਸਰਵ ਕਰਦੀ ਹੈ ਵੱਖਰੇ ਵੱਖਰੇ ਮੈਗਜ਼ੀਨਸ ਵਿੱਚ। ਸਾਡੀਆਂ ਗਰੁੱਪ ਪਬਲੀਕੇਸ਼ਨਸ ਦੇ ਵਿੱਚ ਟੂਡੇਜ਼ ਟਰੱਕਿੰਗ, ਇਨਸਾਈਡ ਲੌਜਿਸਟਿਕਸ, ਟਰੱਕ ਐਂਡ ਟ੍ਰੇਲਰ, ਤੇ ਇਸੇ ਤਰ੍ਹਾਂ ਫ੍ਰੈਂਚ ਮਾਰਕੀਟ ਦੇ ਲਈ, ਕਿਊਬੈਕ ਦੇ ਲਈ ਸਾਡੇ ਕੋਲ ਟਰਾਂਸਪੋਰਟ ਰੂਟੀਅਰ ਹੈ, ਔਰ ਆਪਣੇ ਭਾਈਚਾਰੇ ਸਾਊਥ ਏਸ਼ੀਅਨ ਭਾਈਚਾਰੇ ਲਈ ਰੋਡ ਟੂਡੇ ਮੈਗਜ਼ੀਨ ਹੈ। ਸੋ ਸਮੁੱਚੇ ਕੈਨੇਡਾ 'ਚ ਮਿਲਦੀ ਹੈ। ਤੁਸੀਂ ਆਨਲਾਈਨ ਪੜ੍ਹਨਾ ਹੈ ਤੇ roadtoday.com ਤੇ ਪੜ੍ਹ ਸਕਦੇ ਹੋ। ਤੁਸੀਂ ਘਰ ਬੈਠੇ ਫ੍ਰੀ ਮੈਗਜ਼ੀਨ ਨੂੰ ਸਬਸਕ੍ਰਾਈਬ ਕਰਾਉਣਾ ਤੇ ਉਹਦੇ ਲਈ ਵੀ roadtoday.com ਤੇ ਜਾ ਕੇ ਆਪਣਾ ਐਡਰੈਸ ਸਾਡੇ ਨਾਲ ਜੋੜ ਸਕਦੇ ਹੋ। ਸੋ ਰੇਡੀਓ, ਟੀਵੀ, ਆਨਲਾਈਨ ਇਵੈਂਟਸ, ਕੈਨੇਡਾ ਦੇ ਜਿਹੜੇ ਨੈਸ਼ਨਲ ਟਰੱਕ ਸ਼ੋਜ਼ ਹੁੰਦੇ ਨੇ ਉਹ ਵੀ ਰੋਡ ਟੂਡੇ ਮੀਡੀਆ ਗਰੁੱਪ ਦੇ ਨਾਲ ਜੁੜੇ ਹੋਏ। ਟਰੱਕ ਵਰਲਡ ਹੈ ਜਿਨ੍ਹਾਂ ਵਿੱਚ ਜੌਬਸ ਐਕਸਪੋ ਹੈ। ਸੋ ਓਵਰਆਲ ਟਰੱਕਿੰਗ ਇੰਡਸਟਰੀ ਦੇ ਨਾਲ ਕਾਫੀ ਕਰੀਬੀ ਸੰਬੰਧ ਰਹਿੰਦਾ ਹੈ ਬੀਇੰਗ ਇਨ ਦ ਮੀਡੀਆ। ਲੇਕਿਨ ਭਾਈਚਾਰਾ ਸਿੰਸ ਇੰਨੇ ਲੰਬੇ ਸਮੇਂ ਤੋਂ ਬੜੀ ਵਧੀਆ ਸੇਵਾਵਾਂ ਦੇ ਰਿਹਾ ਹੈ ਟਰੱਕਿੰਗ ਇੰਡਸਟਰੀ ਨੂੰ, ਤਾਂ ਸਾਡੀ ਕੋਸ਼ਿਸ਼ ਆਈ ਹੁੰਦੀ ਹੈ ਕਿ ਕਮਿਊਨਿਟੀ ਦੇ ਵਿੱਚ ਦਰਪੇਸ਼ ਆਉਂਦੀਆਂ ਦਿੱਕਤਾਂ, ਉਹਨਾਂ ਦੇ ਮੁੱਦੇ ਔਰ ਉਹਦੇ ਜਿਹੜੇ ਸੋਲੂਸ਼ਨਸ ਨੇ ਉਹਨਾਂ ਦਾ ਜਿਹੜਾ ਬ੍ਰਿਜ ਬਣ ਕੇ ਕੋਸ਼ਿਸ਼ ਕੀਤੀ ਜਾਵੇ। ਮੰਨਨ ਜੀ, ਜੇ ਆਪਾਂ ਦੇਖੀਏ ਤਾਂ ਜਿਹੜਾ ਸਾਡੀ ਕਮਿਊਨਿਟੀ ਹੈ, ਖਾਸ ਕਰਕੇ ਪੰਜਾਬੀ ਕਮਿਊਨਿਟੀ ਹੈਗੀ ਉਹ ਮੋਸਟਲੀ ਟਰੱਕਿੰਗ ਦੇ ਖੇਤਰ ਦੇ ਨਾਲ ਜੁੜੇ ਹੋਈ ਹੈ, ਤੇ ਤੁਹਾਨੂੰ ਅੱਜ ਸਾਡਾ ਗੱਲਬਾਤ ਕਰਨ ਦਾ ਤੁਹਾਡੇ ਨਾਲ ਵੀ ਮਕਸਦ ਇਹੀ ਸੀਗਾ ਕਿ ਜਿਹੜੀ ਇਹ ਸਿਚੁਏਸ਼ਨ ਮਹਾਮਾਰੀ ਚੱਲ ਰਹੀ ਆ ਕਰੋਨਾ ਦੀ, ਉਹਦੇ ਨਾਲ ਸਾਡੇ ਟਰੱਕਿੰਗ ਬਿਜ਼ਨਸ ਨੂੰ ਕੀ ਪ੍ਰਭਾਵ ਪਿਆ। ਇਹਦੇ ਤੁਹਾਡੇ ਨਾਲੋਂ ਬੈਟਰ ਮੇਰੇ ਖਿਆਲ 'ਚ ਹੋਰ ਕੋਈ ਬਹੁਤ ਘੱਟ ਜਾਣਦੇ ਹੋਣਗੇ, ਕਿਉਂਕਿ ਤੁਸੀਂ ਇਸ ਖੇਤਰ ਦੇ ਨਾਲ ਜੁੜੇ ਹੋਏ ਹੋ, ਇਸ ਕਿੱਤੇ ਦੇ ਨਾਲ ਜੁੜੇ ਹੋਏ, ਤੇ ਜਿਹੜਾ ਤੁਹਾਡਾ ਮੈਗਜ਼ੀਨ ਹੈ ਉਹ ਵੀ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਸਾਡੇ ਟਰੱਕਿੰਗ ਖੇਤਰ ਦੇ ਵਿੱਚ ਸਾਡੇ ਭਾਈਚਾਰੇ ਨੂੰ ਆ ਰਹੀਆਂ ਨੇ, ਇਸ ਮਹਾਮਾਰੀ ਨੇ ਕਿੰਨਾ ਕੁ ਇਫੈਕਟ ਪਾਇਆ, ਉਹਦੇ ਬਾਰੇ ਜ਼ਰੂਰ ਆਪਾਂ ਡਿਸਕਸ ਜ਼ਰੂਰ ਕਰੀਏ। ਬਿਲਕੁਲ, ਦੇਖੋ ਇਹਦੇ ਵਿੱਚ ਚਮਕੌਰ ਜੀ ਕੋਈ ਸ਼ੱਕ ਨਹੀਂ ਹੈ ਕਿ ਇਸ ਮਹਾਮਾਰੀ ਦੇ ਦੌਰਾਨ, COVID-19 ਦੇ ਸਿਲਸਿਲੇ ਦੇ ਦੌਰਾਨ ਸਭ ਨਾਲੋਂ ਜ਼ਿਆਦਾ ਜੇ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਜਿਹੜਾ ਸੈਕਟਰ ਆਉਂਦਾ ਹੈ, ਜਿਹੜਾ ਵੱਧ ਚੜ ਕੇ ਆਪਣੀਆਂ ਸੇਵਾਵਾਂ ਦੇ ਰਿਹਾ ਹੈ, ਕ੍ਰਾਸ ਬਾਰਡਰ ਚਾਹੇ ਫਲੀਟ ਹੈ ਚਾਹੇ ਇੰਟਰਨਲ ਕੈਨੇਡਾ ਦੇ ਵਿੱਚ ਹੈ, ਉਹ ਸਪਲਾਈ ਚੇਨ ਸੈਕਟਰ ਨੂੰ ਸਰਵ ਕਰ ਰਿਹਾ ਹੈ, ਟਰੱਕਿੰਗ ਔਰ ਟਰਾਂਸਪੋਰਟੇਸ਼ਨ ਸੈਕਟਰ। ਔਰ ਟਰੱਕਿੰਗ ਔਰ ਟਰਾਂਸਪੋਰਟੇਸ਼ਨ ਸੈਕਟਰ ਜਿੱਥੇ ਫਰੰਟ ਲਾਈਨ ਤੇ ਹੋ ਕੇ ਆਪਣੀ ਸੇਵਾਵਾਂ ਦੇ ਰਿਹਾ ਹੈ, ਉੱਥੇ ਹੀ ਨਾਲ ਦੀ ਨਾਲ ਉਹਨਾਂ ਨੂੰ ਇਸ ਸਾਰੇ ਇਕਨੋਮੀ ਦੇ ਚੱਕਰ ਦੇ ਵਿੱਚ ਕਾਫੀ ਸਾਰੀਆਂ ਮੁਸੀਬਤਾਂ ਔਰ ਕਾਫੀ ਸਾਰਾ ਉਹਨਾਂ ਦਾ ਜਿਹੜਾ ਗ੍ਰਾਫ ਹੈਗਾ ਉਹ ਨੈਗੇਟਿਵ ਵੱਲ ਵੀ ਜਾ ਰਿਹਾ, ਕਿਉਂਕਿ ਹੋ ਕੀ ਰਿਹਾ ਕਿ ਜਿਹੜੀਆਂ ਸਿਰਫ ਐਸੈਂਸ਼ੀਅਲ ਸਰਵਿਸਿਜ਼ ਹੀ ਇਸ ਵੇਲੇ ਖੁੱਲੀਆਂ ਨੇ। ਜਿਹੜੇ ਵੱਡੇ ਵੱਡੇ ਮਾਲਸ ਨੇ, ਰੈਸਟੋਰੈਂਟਸ ਨੇ, ਟੂਰਿਜ਼ਮ ਸੈਕਟਰ ਹੈ, ਹੌਸਪਿਟੈਲਿਟੀ ਸੈਕਟਰ ਹੈ, ਕੋਈ ਵੱਡਾ ਮੇਲਾ ਨਹੀਂ ਹੋ ਰਿਹਾ, ਕੋਈ ਸ਼ੋਜ਼ ਨਹੀਂ ਹੋ ਰਹੇ, ਸਾਡੇ ਜਿਹੜੇ ਟੂਰਿਜ਼ਮ, 에ਅਰਲਾਈਨ ਇੰਡਸਟਰੀ, ਆ ਸਾਰਾ ਜਿਹੜਾ ਕੁਝ ਹੈ ਟਰੱਕਿੰਗ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਹੈ। ਕਿਉਂਕਿ ਜੇ ਤੁਸੀਂ ਦੇਖੋ ਮਾਲਸ ਦੇ ਵਿੱਚ ਨਹੀਂ ਜਾਓਗੇ, ਉੱਥੇ ਕੋਈ ਫਰਨੀਚਰ ਨਹੀਂ ਖਰੀਦੋਗੇ, ਉੱਥੇ ਕੋਈ ਹੋਰ ਇਲੈਕਟ੍ਰੋਨਿਕ ਦਾ ਸਮਾਨ ਨਹੀਂ ਖਰੀਦੋਗੇ, ਤੇ ਉਹ ਜਿਹੜਾ ਫਰੇਟ ਹੈ ਉਹ ਟਰੱਕਾਂ ਦੇ ਵਿੱਚ ਫਿਰ ਉਹ ਖਾਲੀ ਹੋ ਜਾਂਦਾ। ਸਿਮਿਲਰਲੀ ਜਿਹੜਾ ਮੈਨੂਫੈਕਚਰਿੰਗ ਸੈਕਟਰ ਹੈ, ਜਿਹੜੇ ਵੱਡੇ ਵੱਡੇ ਆਟੋ ਪਲਾਂਟਸ ਨੇ, ਜਿਹੜੇ ਵੱਡੇ ਵੱਡੇ ਨੇ ਹੋਰ ਮੈਨੂਫੈਕਚਰਿੰਗ ਇਕਾਈਆਂ ਨੇ, ਉਹਨਾਂ ਨੇ ਆਪਣੀ ਮੇਨ ਜਿਹੜੀ ਪ੍ਰੋਡਕਸ਼ਨ ਲਾਈਨ ਹੈ ਉਹਨੂੰ ਬੰਦ ਕਰਕੇ ਪੈਂਡੈਮਿਕ COVID-19 ਦੇ ਮੱਦੇਨਜ਼ਰ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹਨੂੰ ਰੀਟੂਲਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ।
ਸੋ ਇਹ ਸਾਰੇ ਸਿਲਸਿਲੇ ਦੇ ਵਿੱਚ ਹਾਲਾਂਕਿ ਬਾਰਡਰ ਖੁੱਲਾ ਹੈ, ਅਮਰੀਕਾ ਔਰ ਕੈਨੇਡਾ ਦਾ ਜਿਹੜਾ ਬਾਰਡਰ ਹੈ ਉਹ ਸਿਰਫ ਐਸੈਂਸ਼ੀਅਲ ਸਰਵਿਸਿਜ਼ ਵਾਸਤੇ ਖੁੱਲਾ ਹੈ, ਜਿਹਦੇ ਵਿੱਚ ਟਰੈਕਟਰ ਟ੍ਰੇਲਰ ਆਉਂਦੇ ਨੇ। ਨਾਨ ਐਸੈਂਸ਼ੀਅਲ ਟਰੈਵਲਰਸ ਨੂੰ ਉੱਥੇ ਆਉਣ ਤੋਂ ਮਨਾਹੀ ਹੈ। ਲੇਕਿਨ ਆંકੜੇ ਆ ਦੱਸ ਰਹੇ ਨੇ ਕਿ ਲਗਾਤਾਰ ਜਿਹੜਾ ਗ੍ਰਾਫ ਹੈਗਾ ਹੈ ਟ੍ਰੈਫਿਕ ਦਾ, ਟਰੈਕਟਰ ਟ੍ਰੇਲਰਸ ਦਾ ਕ੍ਰਾਸ ਬਾਰਡਰ, ਉਹਦੇ ਵਿੱਚ ਵੀ ਗਿਰਾਵਟ ਆਈ ਹੈ। ਸੋ ਓਵਰਆਲ ਟਰੱਕਿੰਗ ਇੰਡਸਟਰੀ ਚਮਕੌਰ ਜੀ ਇਸ ਵੇਲੇ ਬੜੇ ਨਾਜ਼ੁਕ ਦੌਰ ਚੋਂ ਗੁਜ਼ਰ ਰਹੀ ਹੈ ਔਰ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਕਿਸ ਤਰ੍ਹਾਂ ਇਕਨੋਮੀ ਨੂੰ ਰਿਵਾਈਵ ਕਰਨਾ ਹੈ। ਤੁਹਾਨੂੰ ਪਤਾ ਹੈ ਹਰ ਰੋਜ਼ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ 11:15 ਵਜੇ ਟੋਰਾਂਟੋ ਟਾਈਮ ਦੇਸ਼ ਦੇ ਨਾਮ ਸੰਬੋਧਨ ਕਰਦੇ ਨੇ। ਵੱਖਰੇ ਵੱਖਰੇ ਸੈਕਟਰਸ ਦੇ ਲਈ ਉਹਨਾਂ ਨੇ ਕਾਫੀ ਸਾਰੇ ਉਪਰਾਲੇ ਉਲੀਕੇ ਨੇ। ਸੋ ਅਸੀਂ ਉਮੀਦ ਕਰ ਰਹੇ ਹਾਂ ਕਿ ਟਰੱਕਿੰਗ ਸੈਕਟਰ ਦੀਆਂ ਵੀ ਜਿਹੜੀਆਂ ਜੈਨੂਇਨ ਡਿਮਾਂਡਸ ਨੇ ਜੋ ਕੈਨੇਡੀਅਨ ਟਰੱਕਿੰਗ ਅਲਾਈਅੰਸ ਦੇ ਵੱਲੋਂ ਰੱਖੀਆਂ ਗਈਆਂ ਨੇ ਉਹਨਾਂ ਉੱਤੇ ਉਹ ਅਮਲੀ ਜਾਮਾ ਜ਼ਰੂਰ ਪਹਿਨਾਂਗੇ। ਮਨ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਯੂਐਸ ਕੈਨੇਡਾ ਬਾਰਡਰ ਹੈਗਾ ਵਾ ਉਹ ਸਿਰਫ ਐਸੈਂਸ਼ੀਅਲ ਸਰਵਿਸ ਦੇ ਲਈ ਖੁੱਲਾ, ਆਵਾਜਾਈ ਜਿਹੜੀ ਆਮ ਆਵਾਜਾਈ ਆ ਬਿਨਾਂ ਜਿਵੇਂ ਗੈਰ ਜ਼ਰੂਰੀ ਜਿਵੇਂ ਆਪਾਂ ਕਹਿ ਦਈਏ ਉਹ ਆਵਾਜਾਈ ਬੰਦ ਕੀਤੀ ਹੋਈ ਹੈਗੀ। ਸਾਡੇ ਹੁਣੇ ਜਿਹੜੇ ਸਾਡੇ ਹੈਲਥ ਮਾਹਰ ਨੇ ਉਹਨਾਂ ਨੇ ਵੀ ਕਿਹਾ ਕਿ ਇਹ ਅਸੀਂ ਜਿਹੜਾ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਸੀਗਾ। ਇਹ ਅੱਜ ਦੀ ਜਾਂ ਕੱਲ ਦੀ ਸਟੇਟਮੈਂਟ ਮੈਂ ਪੜ੍ਹ ਰਿਹਾ ਸੀਗਾ। ਤੁਸੀਂ ਕੀ ਸਮਝਦੇ ਹੋ? ਦੇਖੋ ਇਕਨੋਮੀ ਨੂੰ ਤਾਂ ਪ੍ਰਭਾਵ ਬਹੁਤ ਪਿਆ ਹੈ ਕਿ ਜਿਹੜੀ ਆਵਾਜਾਈ ਬੰਦ ਹੋਈ ਆ, ਚਾਹੇ ਉਹ ਐਸੈਂਸ਼ੀਅਲ ਸਰਵਿਸ ਸੀ ਚਾਹੇ ਨਾਨ ਐਸੈਂਸ਼ੀਅਲ ਸੀਗੀ। ਪਰ ਇਹਦੇ ਬੰਦ ਹੋਣ ਦੇ ਨਾਲ ਕੀ ਇਫੈਕਟ ਹੋਰ ਕੀ ਪਿਆ, ਜਾਂ ਜਿਹੜੀਆਂ ਹੈਲਥ ਮਾਹਰ ਦੀਆਂ ਜਿਹੜੀਆਂ ਹੁਣ ਸਟੇਟਮੈਂਟਸ ਆ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਪਹਿਲਾਂ ਹੀ ਬੰਦ ਕਰ ਦੇਣਾ ਚਾਹੀਦਾ ਸੀਗਾ। ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਅਮਰੀਕਾ ਤੋਂ ਹੀ ਆਇਆ ਹੈਗਾ? ਦੇਖੋ ਜਿਹੜਾ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਹੈ ਕਿਸੇ ਖਾਸ ਇੱਕ ਦੇਸ਼ ਦਾ ਨਹੀਂ ਅਸੀਂ ਨਾਮ ਲੈ ਸਕਦੇ। ਇੰਟਰਨੈਸ਼ਨਲ ਲੈਵਲ ਤੇ ਇਸ ਪੈਂਡੈਮਿਕ, ਇਸ ਕੋਵਿਡ-19 ਦਾ ਫੈਲਾਅ ਹੋਇਆ। ਨੋ ਡਾਊਟ ਇਹਦਾ ਜਿਹੜਾ ਫੋਕਲ ਪੁਆਇੰਟ ਸੀਗਾ ਉਹ ਵੂਹਾਨ ਚਾਈਨਾ ਦੇ ਵਿੱਚ ਸੀਗਾ। ਲੇਕਿਨ ਜਿੱਥੋਂ ਤੱਕ ਤੁਹਾਡਾ ਸਵਾਲ ਹੈ ਕਿ ਕੈਨੇਡਾ ਨੇ ਬਾਰਡਰ ਜਲਦੀ ਬੰਦ ਨਹੀਂ ਕੀਤੇ ਜਾਂ ਉਹਦੇ ਵਿੱਚ ਦੇਰੀ ਹੋਈ ਹੈ, ਡੈਫੀਨੇਟਲੀ ਆਹ ਤਾਂ ਪੋਸਟਮਾਰਟਮ ਸਾਰੀ ਚੀਜ਼ ਦਾ ਇੱਕ ਵਾਰ ਕੋਵਿਡ-19 ਤੇ ਥੋੜਾ ਜਿਹਾ ਲਿਮਿਟ ਇਹਦੀ ਆ ਜਾਵੇ, ਥੋੜਾ ਜਿਹਾ ਫਿਲਹਾਲ ਰੁਕਣਾ ਹੌਲੀ ਹੋ ਜਾਵੇ ਤੇ ਸਰਕਾਰ ਇਨਵੈਸਟੀਗੇਸ਼ਨ ਕਰੇਗੀ, ਬਹੁਤ ਸਾਰੇ ਕਮਿਸ਼ਨ ਬੈਠਣਗੇ। ਲੇਕਿਨ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਹੈ ਕਿ ਸਰਕਾਰ ਦਾ ਜਿਹੜਾ ਇਨੀਸ਼ੀਅਲ ਰਿਸਪੌਂਸ ਸੀਗਾ ਜਨਵਰੀ ਤੋਂ ਉਹ ਆਹੀ ਸੀਗਾ ਕਿ ਕੋਵਿਡ-19 ਦਾ, ਕਰੋਨਾ ਵਾਇਰਸ ਦਾ ਕੈਨੇਡਾ ਦੇ ਵਿੱਚ ਬੜਾ ਲੋ ਰਿਸਕ ਹੈ। ਲੇਕਿਨ ਦੇਖਦੇ ਦੇਖਦੇ ਹੀ ਕੁਝ ਹੀ ਦਿਨਾਂ, ਕੁਝ ਹੀ ਹਫ਼ਤਿਆਂ ਦੇ ਵਿੱਚ ਉਹ ਲੋ ਰਿਸਕ ਹਾਈ ਰਿਸਕ ਬਣ ਗਿਆ। ਐਮਰਜੈਂਸੀ ਡਿਕਲੇਅਰ ਕਰਨੀ ਪੈਗੀ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ, BC ਤੋਂ ਲੈ ਕੇ ਈਸਟ ਕੋਸਟ ਤੱਕ ਹਰ ਕੋਈ ਵੀ ਸੂਬਾ ਇਹਦੇ ਚੋਂ ਬਚਿਆ ਨਹੀਂ। ਓਨਟਾਰੀਓ, ਕਿਊਬੈਕ ਦੇ ਵਿੱਚ ਤਾਂ ਬਹੁਤ ਜ਼ਿਆਦਾ ਨੁਕਸਾਨ, ਜਾਨੀ ਨੁਕਸਾਨ ਹੋਇਆ। ਜੇ ਅਸੀਂ ਓਵਰਆਲ ਕੈਨੇਡਾ ਦੀ ਗੱਲ ਕਰੀਏ 6000 ਤੋਂ ਜ਼ਿਆਦਾ ਲੋਕ ਇਸ ਕੋਵਿਡ-19 ਦੇ ਕਾਰਨ ਆਪਣੀ ਜਾਨ ਗਵਾ ਬੈਠੇ ਨੇ। ਨੋ ਡਾਊਟ ਉਹਨਾਂ ਚ ਮੈਜੋਰਿਟੀ ਜਿਹੜੀ ਹੈਗੀ ਹੈ ਉਹ ਸੀਨੀਅਰਸ ਨੇ, ਉਹ ਲੋਕ ਨੇ ਜਿਹੜੇ ਲੌਂਗ ਟਰਮ ਕੇਅਰ ਦੇ ਵਿੱਚ ਆਪਣੀ ਲਾਈਫ ਦਾ ਉਹ ਪੜਾਅ ਜੀ ਰਹੇ ਸੀਗੇ। ਸੋ ਲੌਂਗ ਟਰਮ ਕੇਅਰ ਦੇ ਵਿੱਚ ਜਿਹੜੇ ਰੈਜ਼ੀਡੈਂਸੀਜ਼ ਨੇ ਉਹਨਾਂ ਵਿੱਚ ਕੀ ਕਮੀਆਂ ਸੀਗੀਆਂ, ਉਹਨਾਂ ਵਿੱਚ ਕੀ ਹੈਲਥ ਕੇਅਰ ਦੇ ਪ੍ਰੀਕਾਸ਼ਨਸ ਨਹੀਂ ਲਿੱਤੇ ਗਏ, ਆ ਇੱਕ ਬੜਾ ਸੋਚ ਵਿਚਾਰਨ ਔਰ ਗਹਿਨ ਅਧਿਐਨ ਕਰਨ ਦਾ ਮੌਕਾ ਸਰਕਾਰਾਂ ਨੂੰ ਮਿਲੇਗਾ। ਲੇਕਿਨ ਮੈਂ ਸਮਝਦਾ ਕਿ ਹਜੇ ਵੀ ਜੇ ਅਸੀਂ ਸੰਭਲ ਜਾਈਏ, ਅਸੀਂ ਆਪਣੇ ਹੈਲਥ ਕੇਅਰ ਸਿਸਟਮ ਔਰ ਖਾਸ ਕਰਕੇ ਜਿਹੜੇ ਮੋਰ ਜ਼ਿਆਦਾ ਪ੍ਰੋਨ ਨੇ ਕੈਟੇਗਰੀ ਦੇ ਲੋਕ ਜਿਨ੍ਹਾਂ ਵਿੱਚ ਸੀਨੀਅਰਸ ਨੇ, ਜੇ ਉਹਨਾਂ ਦੀ ਅਸੀਂ ਹੈਲਥ ਕੇਅਰ ਵੱਲ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਈਏ ਤੇ ਡੈਫੀਨੇਟਲੀ ਕਾਫੀ ਅੰਕੁਸ਼ ਪਾਇਆ ਜਾ ਸਕਦਾ ਹੈ। ਲੇਕਿਨ ਜਿੱਥੋਂ ਤੱਕ ਸਵਾਲ ਹੈ ਸਰਕਾਰ ਦੇ ਇਨੀਸ਼ੀਅਲ ਰਿਸਪੌਂਸ ਦਾ, ਉਹਦੇ ਵਿੱਚ ਨੋ ਡਾਊਟ ਡਿਲੇ ਤਾਂ ਹੋਇਆ ਹੈ। ਇੰਟਰਨੈਸ਼ਨਲ ਟਰੈਵਲਰਸ ਲਗਾਤਾਰ ਆ ਰਹੇ ਸੀਗੇ ਫੋਰਨ ਕੰਟਰੀਜ਼ ਤੋਂ, ਉਹਨਾਂ ਦੀਆਂ ਜੋ ਰਿਪੋਰਟਸ ਮੀਡੀਆ ਦੇ ਵਿੱਚ ਵੀ ਆਈਆਂ, ਬਹੁਤ ਸਾਰੀਆਂ ਵੀਡੀਓ ਰਿਪੋਰਟਸ ਵੀ ਸੀਗੀਆਂ ਕਿ 에ਅਰਪੋਰਟ ਤੇ ਪ੍ਰੋਪਰ ਉਹਨਾਂ ਦਾ ਚੈੱਕ ਨਹੀਂ ਹੋ ਰਿਹਾ ਸੀਗਾ। ਉਹ 에ਅਰਪੋਰਟ ਤੇ ਉਤਰ ਕੇ ਕਿੱਥੇ ਜਾ ਰਹੇ ਨੇ, ਆਪਣੇ ਆਪ ਨੂੰ ਸੈਲਫ ਆਈਸੋਲੇਸ਼ਨ ਦੇ ਵਿੱਚ ਬੈਠੇ ਨੇ, ਕੁਆਰੰਟਾਈਨ ਕੀਤਾ ਹੈ ਜਾਂ ਨਹੀਂ ਕੀਤਾ, ਉਹ ਵੀ ਬੜਾ ਇੱਕ ਕੁਐਸਚਨੇਬਲ ਕੰਡਕਟ ਸੀਗਾ। ਸੋ ਸਰਕਾਰ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਹੁਣ ਥੋੜੀ ਜਿਹੀ ਸਖਤੀ ਕਰਨ ਦੀ, ਲੇਕਿਨ ਮੈਨੂੰ ਲੱਗਦਾ ਉਹ ਸਖਤੀ ਕਾਫੀ ਦੇਰ ਬਾਅਦ ਸਰਕਾਰ ਜਾਗੀ। ਮਨ ਜੀ, ਗਵਰਨਮੈਂਟ ਵੱਲੋਂ ਸਾਡੀ ਕੈਨੇਡੀਅਨ ਸਰਕਾਰ ਦੇ ਵੱਲੋਂ ਪ੍ਰੋਤਸਾਹਨ ਕਰਨ ਦੇ ਲਈ ਬਿਜ਼ਨਸ ਨੂੰ, ਜਿਵੇਂ ਕਿ ਦੇਖੋ ਸਾਰੇ ਬਿਜ਼ਨਸ, ਚਾਹੇ ਉਹ ਬਿਜ਼ਨਸ ਕਹਿ ਲਈਏ ਤੇ ਚਾਹੇ ਆਪਾਂ ਉਹ ਕਹਿ ਲਈਏ ਕਿ ਜਿਹੜੇ ਲੇਬਰ ਤਬਕਾ ਹੈਗਾ, ਮਿਡਲ ਮੀਡੀਅਮ ਕਲਾਸ ਹੈਗੀ, ਸਾਰਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਜਿਹੜੇ ਕਦਮ ਗਵਰਨਮੈਂਟ ਵੱਲੋਂ ਚੁੱਕੇ ਗਏ ਨੇ ਹੁਣ ਤੱਕ, ਉਹਦੇ 'ਚ ਆਪਾਂ ਇਹ ਕਹਿ ਲਈਏ ਕਿ ਜਿਹੜੇ ਮਿਡਲ ਕਲਾਸ ਹੈਗਾ ਉਹਨਾਂ ਨੂੰ ਤਾਂ ਕਾਫੀ ਬੈਨੀਫਿਟ ਸਾਨੂੰ ਦਿਸਦੇ ਹੈਗੇ ਕਿਉਂਕਿ ਗਵਰਨਮੈਂਟ ਨੇ ਕਿਹਾ। ਟਰੱਕਿੰਗ ਇੰਡਸਟਰੀ ਦੇ ਲਈ ਜੋ ਕੁਝ ਗਵਰਨਮੈਂਟ ਕਰ ਰਹੀ ਆ, ਕੀ ਤੁਸੀਂ ਕੀ ਸਮਝਦੇ ਹੋ ਇਨਫ ਹੈਗਾਗਾ? ਉਹਦੇ ਨਾਲ ਸਰਵਾਈਵ ਕਰ ਰਹੇ ਨੇ ਟਰੱਕਿੰਗ ਇੰਡਸਟਰੀ? ਦੇਖੋ ਬੜਾ ਇੰਪੋਰਟੈਂਟ ਸਵਾਲ ਚਮਕੌਰ ਜੀ, ਔਰ ਡੈਫੀਨੇਟਲੀ ਟਰੱਕਿੰਗ ਇੰਡਸਟਰੀ ਉਹਨਾਂ ਜਿਹੜੇ ਰਿਫਾਰਮਸ ਜਾਂ ਜਿਹੜੇ ਉਹ ਮੈਜਰਸ ਲਿੱਤੇ ਨੇ ਸਰਕਾਰ ਨੇ ਉਹਨਾਂ ਤੋਂ ਜ਼ਿਆਦਾ ਸੰਤੁਸ਼ਟ ਇਸ ਵੇਲੇ ਨਹੀਂ ਹੈਗੀ, ਕਿਉਂਕਿ ਟਰੱਕਿੰਗ ਇੰਡਸਟਰੀ ਵੱਖਰੇ ਵੱਖਰੇ ਲੈਵਲਸ ਤੇ ਕੰਮ ਕਰਦੀ ਹੈ। ਜਿੱਥੇ ਇੱਕ ਡਰਾਈਵਰ ਕੰਮ ਕਰਦਾ ਹੈ ਕਿਸੇ ਵੱਡੀ ਫਲੀਟ ਦੇ ਨਾਲ, ਉੱਥੇ ਇੱਕ ਓਨਰ ਆਪਰੇਟਰ ਦੇ ਆਪਣੇ ਇਸ਼ੂਜ਼ ਨੇ, ਟਰੱਕਾਂ ਨੂੰ ਰਿਪੇਅਰ ਕਰਨ ਵਾਲੇ ਅਦਾਰਿਆਂ ਦੇ ਆਪਣੇ ਕੰਸਰਨਸ ਨੇ, ਜਿਹੜੇ ਲੋਕ ਵੇਅਰ ਹਾਊਸਿੰਗ ਕਰਦੇ ਨੇ, ਜਿਹੜੇ ਲੋਕ ਕ੍ਰਾਸ ਬਾਰਡਰ ਜਾਂਦੇ ਨੇ, ਜਿਹੜੀਆਂ ਫਲੀਟਸ ਮੈਨੂਫੈਕਚਰਿੰਗ ਆਟੋ ਪਲਾਂਟਸ ਦੇ ਨਾਲ ਕੰਮ ਕਰਦੀਆਂ ਸੀ, ਉਹਨਾਂ ਨੂੰ ਬਿਲਕੁਲ ਹੀ ਕੰਮ ਇਸ ਵੇਲੇ ਵਿਹਲੇ ਹੋਏ ਨੇ।
ਸੋ ਇਸੇ ਲਈ ਕੈਨੇਡੀਅਨ ਟਰੱਕਿੰਗ ਅਲਾਈਅੰਸ ਨੇ ਦੋ ਮੁੱਖ ਮੰਗਾਂ ਰੱਖੀਆਂ ਨੇ। ਉਹਨਾਂ ਮੰਗਾਂ ਦੇ ਪਿੱਛੇ ਕਾਰਨ ਆਹੀ ਹੈ ਕਿ ਜਿਹੜਾ ਸਰਵੇ ਕੀਤਾ ਗਿਆ ਰੀਸੈਂਟਲੀ ਕੈਨੇਡਾ ਦੀਆਂ ਵੱਡੀਆਂ ਫਲੀਟਸ ਦੇ ਵਿੱਚ, ਉਹਦੇ ਵਿੱਚ ਆਹ ਦੇਖਣ ਨੂੰ ਆਇਆ ਹੈ ਕਿ ਤਕਰੀਬਨ 60% ਤੋਂ ਜ਼ਿਆਦਾ ਜਿਹੜੀਆਂ ਫਲੀਟਸ ਨੇ ਉਹ ਆਹ ਕਹਿ ਰਹੀਆਂ ਨੇ ਕਿ ਸਾਡੇ ਕੋਲ ਕੈਸ਼ ਦੀ ਬਹੁਤ ਜ਼ਿਆਦਾ ਕਮੀ ਹੈ, ਕਿਉਂਕਿ ਜਿਹੜੇ ਉਹਨਾਂ ਦੇ ਕਸਟਮਰ ਸੀਗੇ ਉਹਨਾਂ ਨੇ ਪੇਮੈਂਟ ਦੇਣ ਨੂੰ ਡੈਫਰ ਕਰ ਦਿੱਤਾ ਹੈ, ਡਿਲੇ ਕਰ ਦਿੱਤਾ ਹੈ, ਜਾਂ ਬਹੁਤ ਸਾਰੀ ਫਲੀਟਸ ਨੂੰ ਪੇਮੈਂਟ ਹੀ ਨਹੀਂ ਮਿਲੀਆਂ ਹੈ। तो जिसमें वो कैश करंच हो जाता है तो ਤੁਹਾਨੂੰ ਪਤਾ ਹੈ ਉਹ ਸਾਰਾ ਫਿਰ ਸਿਸਟਮ ਦੇ ਵਿੱਚ ਫਲੋ ਰੁਕ ਜਾਂਦਾ ਹੈ। ਸੋ ਕੈਨੇਡੀਅਨ ਟਰਕਿੰਗ ਅਲਾਈਅੰਸ ਨੇ ਚਮਕੌਰ ਜੀ ਦੋ ਮੰਗਾਂ ਰੱਖੀਆਂ ਨੇ। ਇੱਕ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਪੇਰੋਲ ਟੈਕਸਸ ਨੇ, ਜਿਹੜੇ ਟੈਕਸਸ ਡਿਡਕਸ਼ਨ ਦੇ ਬਾਅਦ ਕੰਪਨੀਆਂ ਨੂੰ ਸਰਕਾਰ ਨੂੰ ਦੇਣੇ ਪੈਂਦੇ ਨੇ ਤਨਖਾਹ ਦੇ ਵੇਲੇ, ਉਹਨਾਂ ਨੂੰ ਡੈਫਰ ਕੀਤਾ ਜਾਵੇ ਘੱਟੋ ਘੱਟ 3 ਮਹੀਨੇ, ਤਾਂ ਕਿ ਜਿਹੜੀਆਂ ਕੰਪਨੀਆਂ ਨੂੰ ਕੰਮ ਕਰਨ ਲਈ ਕੈਸ਼ ਮਿਲੇ। ਦੂਸਰਾ ਉਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਜਿਹੜੇ ਡਰਾਈਵਰਸ ਨੂੰ ਮੀਲ डिडक्शन अलाउंस ਹੁੰਦਾ ਹੈ ਕਿ ਜਿਸਲੇ ਉਹ ਸਫ਼ਰ ਤੇ ਜਾਂਦੇ ਨੇ, ਡਰਾਈਵ ਕਰਦੇ ਨੇ, ਉਹ ਕਲੇਮ ਕਰਦੇ ਨੇ ਡੇਲੀ ਆਪਣੇ ਲੰਚ ਦਾ, ਡਿਨਰ ਦਾ ਖਰਚਾ, ਉਹਦੇ ਵਿੱਚ ਇਜ਼ਾਫਾ ਕੀਤਾ ਜਾਵੇ। ਕਿਉਂਕਿ ਦੇਖਣ ਚ ਅਸੀਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਟਰੱਕ ਡਰਾਈਵਰਸ ਜਿਸਲੇ ਸੜਕ ਤੇ ਹੁੰਦੇ ਨੇ ਉਹਨਾਂ ਨੂੰ ਕਾਫੀ ਸਾਰੀਆਂ ਦਿੱਕਤਾਂ ਰੀਸੈਂਟਲੀ ਇਸ ਦੌਰ ਦੇ ਦੌਰਾਨ ਆਈਆਂ। ਪ੍ਰੋਪਰ ਵਾਸ਼ਰੂਮਸ ਨਹੀਂ ਮਿਲ ਰਹੇ ਸੀਗੇ, ਪ੍ਰੋਪਰ ਟਰੱਕ ਸਟਾਪਸ ਨਹੀਂ ਖੁੱਲੇ ਸੀਗੇ, ਕਾਫੀ ਸਾਰੇ ਹੋਰ ਉਹਨਾਂ ਨੂੰ ਸੇਫਟੀ ਕੰਸਰਨਸ ਵੀ ਦੇਖਣ ਨੂੰ ਮਿਲ ਰਹੇ ਸੀ। ਸੋ ਆਹ ਦੋ ਮੰਗਾਂ ਜੇ ਸਰਕਾਰ ਇੱਥੇ ਕੁਝ ਸੀਰੀਅਸ ਐਕਸ਼ਨ ਲੈਂਦੀ ਹੈ, ਰਿਫਾਰਮਸ ਲੈ ਕੇ ਆਉਂਦੀ ਹੈ, और सीटीए ने आ भी मांग की है कि ट्रकिंग इंडस्ट्री ਨੂੰ ਤੁਸੀਂ ਬਾਕੀ ਇੰਡਸਟਰੀਜ਼ ਦੇ ਨਾਲੋਂ ਕੰਪੇਅਰ ਨਾ ਕਰੋ, ਕਿਉਂਕਿ ਡਿਫਰੈਂਟ ਇਹਦਾ ਕੰਮ ਕਰਨ ਦਾ ਸਟਾਈਲ ਹੈ। ਇਹਨੂੰ ਕਸਟਮ ਸੋਲੂਸ਼ਨ ਚਾਹੀਦੇ ਨੇ, ਇਹਨੂੰ ਯੂਨੀਫਾਰਮ ਯੂਨੀਵਰਸਲ ਸੋਲੂਸ਼ਨ ਇੱਥੇ ਲਾਗੂ ਨਹੀਂ ਹੁੰਦੇ, ਕਿਉਂਕਿ ਕਈ ਕੰਪਨੀਆਂ ਬਹੁਤ ਬੜੀਆਂ ਨੇ, ਕਈ ਸਿੰਗਲ ਓਨਰ ਆਪਰੇਟਰ ਵਾਲੇ ਨੇ। ਸੋ ਓਵਰਆਲ ਮੁਕਤੀ ਗੱਲ ਆਈ ਹੈ ਕਿ ਟਰਕਿੰਗ ਇੰਡਸਟਰੀ ਵਾਸਤੇ ਜਿਹੜੇ ਰਿਫਾਰਮਸ ਨੇ ਉਹ ਹਜੇ ਕਾਫੀ ਜ਼ਿਆਦਾ ਸਫੀਸ਼ੀਐਂਟ ਨਹੀਂ ਹੈ। ਗੁਪਤਾ ਜੀ ਥੋੜੀ ਜਿਹੀ ਆਪਾਂ ਗੱਲਬਾਤ ਐਜੂਕੇਸ਼ਨ ਦੀ ਜ਼ਰੂਰ ਕਰ ਲਈਏ, ਕਿਉਂਕਿ ਸਾਰੇ ਬੱਚੇ ਘਰੇ ਬੈਠੇ, ਹੁਣ ਸਕੂਲ ਬੰਦ ਹੈਗੇ ਨੇਗੇ, ਔਰ ਜਿਹੜਾ ਗਵਰਨਮੈਂਟ ਨੇ ਫਿਰ ਐਲਾਨ ਕੀਤਾ ਹੈਗਾ, ਖਾਸ ਕਰਕੇ ਆਪਾਂ ਅੰਟਾਰੀਓ ਦੀ ਗੱਲ ਕੀਤੀ ਕਰ ਲਈਏ ਕਿ ਸਕੂਲ ਹਜੇ ਫਿਲਹਾਲ ਨਹੀਂ ਖੋਲ ਰਹੇ। ਆਉਣ ਵਾਲੇ ਸਮੇਂ ਦੇ ਵਿੱਚ ਕੀ ਸਮਝਦੇ ਹੋ ਤੁਸੀਂ ਇਹਦੇ ਕਿੱਦਾਂ ਦੇ ਪ੍ਰਭਾਵ ਹੋਣਗੇ? ਕਿਉਂਕਿ ਆਨਲਾਈਨ ਐਜੂਕੇਸ਼ਨ ਸਟਾਰਟ ਤਾਂ ਹੋ ਗਈ ਆ, ਉਹਦੇ ਰਲਮਾ ਮਿਲਮਾ ਪ੍ਰਭਾਵ ਉਹਦਾ ਪੈ ਰਿਹਾ ਗਾ, ਜਿਹੜੇ ਉਹਦੇ ਰਿਜ਼ਲਟ ਸਾਹਮਣੇ ਆ ਰਹੇ ਨੇ ਰਲਵੇਂ ਮਿਲਵੇਂ ਜਿਹੇ ਹੈਗੇ ਨੇ। ਤੁਸੀਂ ਕੀ ਸਮਝਦੇ ਹੋਗੇ ਕਿ ਕਿੱਦਾਂ ਦੇ ਪ੍ਰਭਾਵ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੇਖਣ ਨੂੰ ਮਿਲਣਗੇ? ਦੇਖੋ ਸਰਕਾਰਾਂ ਜਿਸ ਤਰ੍ਹਾਂ ਇਕਨੋਮੀ ਖੋਲ ਰਹੀਆਂ ਨੇ ਔਰ ਉਸ ਸਾਰੇ ਤਾਣੇ ਬਾਣੇ ਦੇ ਵਿੱਚ ਐਜੂਕੇਸ਼ਨ ਸੈਕਟਰ ਬੜਾ ਇੱਕ ਇੰਪੋਰਟੈਂਟ ਰੋਲ ਹੈ। ਪਿਛਲੇ ਮਾਰਚ ਬ੍ਰੇਕ ਤੋਂ ਜਦੋਂ ਤੋਂ ਮਿਡ ਮਾਰਚ ਤੋਂ ਜੇ ontario ਦੀ ਜਿਵੇਂ ਐਗਜ਼ਾਮਪਲ ਦਵਾਂ, ਮਾਰਚ ਬ੍ਰੇਕ ਇੱਕ ਹਫ਼ਤੇ ਦੀ ਹੁੰਦੀ ਹੈ ਇੱਥੇ, ਲੇਕਿਨ ਉਸ ਤੋਂ ਬਾਅਦ 2 ਹਫ਼ਤੇ ਵਧਾ ਦਿੱਤੀ ਗਈਆਂ ਸੀ ਛੁੱਟੀਆਂ। ਲੇਕਿਨ ਲਗਾਤਾਰ ਅਪ੍ਰੈਲ ਔਰ ਮਈ ਦੇ ਵਿੱਚ ਸਰਕਾਰ ਨੇ ਉਹ ਜਿਹੜਾ ਬੈਂਚਮਾਰਕ ਸੀਗਾ ਉਹਨੂੰ ਅੱਗੇ ਐਕਸਟੈਂਡ ਕਰ ਦਿੱਤੇ। और रिसेंटली इस हफ्ते प्रीमियर डग फोर्ड और ਜਿਹੜੇ ontario ਦੇ ਐਜੂਕੇਸ਼ਨ ਮੰਤਰੀ ਨੇ ਸਟੀਵਨ ਰੈਚੇ, ਉਹਨਾਂ ਨੇ ਅਨਾਉਂਸ ਕੀਤਾ ਕਿ ਜਿਹੜਾ ਆ ਸਕੂਲ ਈਅਰ ਹੈਗਾ, ਜਿਹੜਾ ਆਮ ਤੌਰ ਤੇ ਜੂਨ ਦੇ ਅਖੀਰਲੇ ਹਫ਼ਤੇ ਤੱਕ ਚੱਲਦਾ ਹੈ, ਇਸ ਦੌਰਾਨ ਬੱਚੇ ਦੁਆਰਾ ਸਕੂਲ ਵਿੱਚ ਨਹੀਂ ਜਾਣਗੇ। ਉਹਨਾਂ ਨੇ ਕਾਰਨ ਆਹੀ ਦੱਸਿਆ ਕਿ ਹੈਲਥ ਸੇਫਟੀ ਨੂੰ ਲੈ ਕੇ ਹਜੇ ਵੀ ਕਾਫੀ ਕੰਸਰਨਸ ਨੇ, ਕਿਉਂਕਿ ਬੱਚਿਆਂ ਦੀ ਸੇਫਟੀ ਦਾ ਜ਼ਰੂਰੀ ਹੈਗੀ। ਇਹਦੇ ਨਾਲ ਜਿਹੜਾ ਸਟਾਫ ਹੈ, ਜਿਹੜੇ ਪੇਰੈਂਟਸ ਬੱਚਿਆਂ ਨੂੰ ਛੱਡਣ ਜਾਂਦੇ ਨੇ, ਜਿਹੜਾ ਹੋਰ ਸਪੋਰਟ ਐਡਮਿਨਿਸਟ੍ਰੇਟਿਵ ਸਟਾਫ ਹੈ, ਉਹਨਾਂ ਦੀ ਵੀ ਪ੍ਰੋਪਰ ਹੈਲਥ ਕੇਅਰ ਬੜੀ ਐਂਸ਼ੋਰ ਕਰਨੀ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਸੋ ਆ ਜਿਹੜਾ ਜੂਨ ਤੱਕ ਦਾ ਸੈਸ਼ਨ ਹੈ ਆ ਤਾਂ ਹੁਣ ਇਸੇ ਤਰ੍ਹਾਂ ਚੱਲੇਗਾ, ਬੱਚੇ ਬਿਨਾਂ ਸਕੂਲ ਗਏ ਨਵੀਆਂ ਕਲਾਸਾਂ ਵਿੱਚ ਪ੍ਰਮੋਟ ਹੋ ਜਾਣਗੇ। ਲੇਕਿਨ ਸਰਕਾਰ ਨੇ ਆ ਵੀ ਕਿਹਾ ਹੈ ਕਿ ਜਿਹੜੀ ਵਰਚੁਅਲ ਲਰਨਿੰਗ ਹੈਗੀ ਹੈ, ਜਿਹੜੀ ਡਿਸਟੈਂਸ ਐਜੂਕੇਸ਼ਨ ਲਰਨਿੰਗ ਹੈ ਥਰੂ ਆਨਲਾਈਨ, ਥਰੂ ਟੈਕਨੋਲੋਜੀਕਲ ਜਿਹੜੇ ਅੱਜਕੱਲ ਟੂਲਸ ਅਵੇਲੇਬਲ ਨੇ, ਉਹਨਾਂ ਦਾ ਇਜ਼ਾਫਾ ਇਸ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਪੇਰੈਂਟਸ ਨੂੰ ਜ਼ਰੂਰ ਕੀਤਾ ਜਾਏਗਾ। ਕਿਉਂਕਿ ਪੇਰੈਂਟਸ ਦੇ ਉੱਤੇ ਵੀ ਬੋਝ ਹੈ, ਕਿਉਂਕਿ ਬੱਚੇ ਘਰ ਨੇ, ਬੱਚਿਆਂ ਨੂੰ ਲੱਗ ਰਿਹਾ ਕਿ ਉਹਨਾਂ ਦੀ ਪੜ੍ਹਾਈ ਪੂਰੀ ਨਹੀਂ ਹੋ ਰਹੀ, ਉਹ ਆਪਣੇ ਸੰਗੀ ਸਾਥੀਆਂ, ਦੋਸਤਾਂ ਮਿੱਤਰਾਂ ਨੂੰ ਨਹੀਂ ਮਿਲ ਰਹੇ, ਟੀਚਰਸ ਨਾਲ ਇੰਟਰੈਕਟ ਨਹੀਂ ਕਰ ਰਹੇ। ਸੋ ਵੱਖਰੀਆਂ ਸਰਕਾਰਾਂ, ਜਿੱਥੇ ਤੱਕ ਮੈਨੂੰ ਪਤਾ ਚੱਲਿਆ ਹੈ ਪੂਰੇ ਕੈਨੇਡਾ ਭਰ ਦੇ ਵਿੱਚ ਡਿਫਰੈਂਟ ਪਲੇਟਫਾਰਮਸ, ਡਿਫਰੈਂਟ ਮੈਕੈਨਿਜ਼ਮਸ ਲੈ ਕੇ ਆ ਰਹੀਆਂ ਨੇ, ਤਾਂ ਕਿ ਬੱਚੇ ਪੜ੍ਹਾਈ ਦੇ ਨਾਲ ਜੁੜੇ ਵੀ ਰਹਿਣ। ਔਰ ਜਿਸਲੇ ਵੀ ਨਵੀਆਂ ਕਲਾਸਾਂ ਖੁੱਲਣਗੀਆਂ ਸੈਪਟੈਂਬਰ 'ਚ, ਔਰ ਅਸੀਂ ਆਹੀ ਉਮੀਦ ਕਰਦੇ ਹਾਂ ਕਿ ਸੈਪਟੈਂਬਰ ਤੱਕ COVID-19 ਦਾ ਇਲਾਜ ਵੀ ਲੱਭ ਲਿਆ ਜਾਏਗਾ, ਔਰ ਜਿਹੜੀ ਲਗਾਤਾਰ ਗਿਣਤੀ ਵੱਧ ਰਹੀ ਹੈ ਉਹਦੇ ਵਿੱਚ ਰੁਕਾਵਟ ਆਏਗੀ। ਸੋ ਦੇਖਦੇ ਹਾਂ ਕਿ ਸੈਪਟੈਂਬਰ ਵਿੱਚ ਸੈਸ਼ਨ ਕਿਸ ਤਰ੍ਹਾਂ ਦਾ ਨਵਾਂ ਸ਼ੁਰੂ ਹੁੰਦਾ ਹੈ। ਲੇਕਿਨ ਮੈਂ ਇੱਥੇ ਜ਼ਰੂਰ ਪੇਰੈਂਟਸ ਨੂੰ ਅਪੀਲ ਹੱਥ ਜੋੜ ਕੇ ਕਰੂੰਗਾ, ਰਿਕੁਐਸਟ ਕਰੂੰਗਾ ਕਿ ਬੱਚੇ ਜੋ ਘਰ ਦੇ ਵਿੱਚ ਬੈਠੇ ਨੇ, ਬੱਚਿਆਂ ਨੂੰ ਤੁਸੀਂ ਟਾਈਮ ਜ਼ਰੂਰ ਦਿਓ। ਬੱਚੇ ਜਿਹੜੇ ਆਨਲਾਈਨ ਐਕਟੀਵਿਟੀਜ਼ ਕਰਦੇ ਨੇ, ਕਈ ਵਾਰ ਅਸੀਂ ਖੁਦ ਵੀ ਘਰੋਂ ਕੰਮ ਕਰ ਰਹੇ ਹਾਂ, ਮੋਸਟ ਆਫ ਦ ਪੇਰੈਂਟਸ ਜਿਨ੍ਹਾਂ ਨੂੰ ਸਟੇ ਐਟ ਹੋਮ ਹੈ, ਉਹ ਬੱਚਿਆਂ ਨੂੰ ਵੀਡੀਓ ਗੇਮਸ ਲਗਾ ਦਿੰਦੇ ਨੇ, ਸੈਲਫੋਨ ਦੇ ਦਿੰਦੇ ਨੇ, ਟੈਬਲੇਟ ਦੇ ਦਿੰਦੇ ਨੇ, ਆਈਪੈਡ ਦੇ ਦਿੰਦੇ ਨੇ, ਲੇਕਿਨ ਉਹਨਾਂ ਦੀ ਪ੍ਰੋਪਰ ਸੁਪਰਵਿਜ਼ਨ ਨਹੀਂ ਹੋ ਪਾਉਂਦੀ। ਸੋ ਪ੍ਰੋਪਰ ਅੱਜਕੱਲ ਪੇਰੈਂਟਲ ਕੰਟਰੋਲਸ ਲੱਗ ਜਾਂਦੇ ਨੇ ਇੰਟਰਨੈਟ ਦੇ ਉੱਤੇ। ਤੁਸੀਂ ਇਸ ਚੀਜ਼ ਦਾ ਜ਼ਰੂਰ ਗੌਰ ਕਰੋ ਕਿ ਬੱਚੇ ਕਿਹੜੀਆਂ ਵੈਬਸਾਈਟਸ ਤੇ ਜਾ ਰਹੇ ਨੇ, ਕਿਹੜੇ ਐਪਸ ਦੇ ਉੱਤੇ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ। ਆ ਨਾ ਹੋਵੇ ਕਿ ਤੁਸੀਂ ਉਹਨਾਂ ਨੂੰ ਅਨਸੁਪਰਵਾਈਜ਼ਡ ਡਿਵਾਈਸਿਸ ਦੇ ਦਿਓ ਤੇ ਉਹਨਾਂ ਡਿਵਾਈਸਿਸ ਦੇ ਉੱਤੇ ਫਿਰ ਕਈ ਵਾਰ ਕਈ ਤਰ੍ਹਾਂ ਦੀ ਆਪੱਤੀਜਨਕ ਇਨਫੋਰਮੇਸ਼ਨ ਦੇ ਨਾਲ ਸ਼ੇਅਰਿੰਗ ਹੋ ਜਾਂਦੀ ਹੈ, ਤਸਵੀਰਾਂ ਕਈ ਵਾਰ ਅਸ਼ਲੀਲ ਤਸਵੀਰਾਂ ਦੀ ਸ਼ੇਅਰਿੰਗ ਹੋ ਜਾਂਦੀ ਹੈ, ਕਈ ਵਾਰ ਇਸ ਤਰ੍ਹਾਂ ਦੇ ਇਮੇजेस ਉਹਨਾਂ ਦੇ ਸਾਹਮਣੇ ਆ ਜਾਂਦੀਆਂ ਨੇ ਜਿਨ੍ਹਾਂ ਕੋਲ ਫਿਰ ਬੱਚਿਆਂ ਤੋਂ ਬਚਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਸੋ
ਬਹੁਤ ਸਾਰੇ ਲੋਕ ਇਹਨਾਂ ਮੌਕਿਆਂ ਤੇ ਹੈਕ ਕਰਦੇ ਨੇ, ਇਮੋਸ਼ਨਲ ਬਲੈਕਮੇਲ ਕਰਦੇ ਨੇ ਬੱਚਿਆਂ ਨੂੰ, ਕਿਉਂਕਿ ਬੱਚਿਆਂ ਦਾ ਦੇਖੋ ਬੜਾ ਸੌਫਟ ਮਾਈਂਡ ਹੁੰਦਾ ਹੈ। ਉਹਨਾਂ ਨੂੰ ਕੋਈ ਵੀ ਸ਼ਖਸ ਜਿਸਲੇ ਇਸ ਤਰ੍ਹਾਂ ਦਾ ਡਿਊਪਿੰਗ ਕਰਦਾ ਹੈ, ਇਸ ਤਰ੍ਹਾਂ ਦੇ ਉਹਨਾਂ ਨੂੰ ਨਾਰੇ ਲਾਉਂਦਾ ਹੈ, ਇਸ ਤਰ੍ਹਾਂ ਨੂੰ ਲਿਓਰਿੰਗ ਕਰਦਾ ਹੈ, ਤੇ ਬੱਚੇ ਉਹਦੇ ਵਿੱਚ ਕਈ ਵਾਰ ਟਰੈਪ ਹੋ ਜਾਂਦੇ ਨੇ। ਸੋ ਇਸ ਮੌਕੇ ਦੇ ਉੱਤੇ ਮੈਂ ਰਿਕੁਐਸਟ ਕਰੂੰਗਾ ਜਿਹੜੇ ਸੀਨੀਅਰਸ ਨੇ, ਸਾਡੇ ਐਲਡਰਸ ਨੇ, ਜਿਹੜੇ ਬੱਚਿਆਂ ਦੀ ਸੁਪਰਵਿਜ਼ਨ ਕਰ ਰਹੇ ਨੇ, ਕਿ ਥੋੜੀ ਜਿਹੀ ਐਕਸਟਰਾ ਪ੍ਰੀਕਾਸ਼ਨ ਉਹ ਘਰ ਦੇ ਵਿੱਚ ਜ਼ਰੂਰ। ਗੁਪਤਾ ਜੀ, ਇੱਕ ਵਾਰੀ ਥੋੜੀ ਜਿਹੀ ਬ੍ਰੇਕ ਲੱਗੀ ਸੀਗੀ COVID-19 ਦੇ ਜਿਹੜੇ ਪੇਸ਼ੈਂਟ ਜੋ ਪੋਜ਼ਿਟਿਵ ਆ ਰਹੇ ਸੀਗੇ ਉਹਨਾਂ ਨੂੰ, ਪਰ ਹੁਣ ਦੁਬਾਰੇ ਫੇਰ ਵਧਣੇ ਲੱਗ ਗਿਆ। ਕੱਲ ਆਪਾਂ ਸਾਡੇ ਪ੍ਰੀਮੀਅਰ ਸਾਹਿਬ ਅੰਟਾਰੀਓ ਦੇ ਉਹ ਵੀ ਕਾਫੀ ਅਪਸੈਟ ਜਿਹੇ ਦਿਖਾਈ ਦੇ ਰਹੇ ਸੀਗੇ ਕਿ ਅਸੀਂ ਦੁਬਾਰੇ ਖੋਲਣ ਤਾਂ ਲੱਗੇ ਆਂਗੇ ਇਕਨੋਮੀ, ਪਰ ਜਿਹੜੇ ਕੇਸਜ ਆ ਉਹ ਦੁਬਾਰੇ ਫੇਰ ਵੱਧ ਰਹੇ ਨੇ। ਤੁਸੀਂ ਕੀ ਸਮਝਦੇ ਹੋ, ਜਿਵੇਂ ਹੁਣ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਵੀ ਆ ਰਹੀਆਂ ਨੇ, ਖਾਸ ਕਰਕੇ ਜਿਹੜੀ ਬਹੁਤ ਸਾਰੀਆਂ ਜਗ੍ਹਾ ਇਹੋ ਜਿਹੀਆਂ ਨੇ ਜਿੱਥੇ ਸੋਸ਼ਲ ਜਿਹੜਾ ਡਿਸਟੈਂਸ ਹੈ, ਫਿਜ਼ੀਕਲ ਡਿਸਟੈਂਸ ਨੂੰ ਲੈ ਕੇ ਪ੍ਰੋਬਲਮ ਆ ਰਹੀ ਹੈਗੀ ਔਰ ਉੱਥੇ ਮਾਸਕ ਪਹਿਨਣੇ ਜ਼ਰੂਰੀ ਕਰ ਦਿੱਤੇ ਨੇ। ਏਦਾਂ ਦੀ ਸਿਚੁਏਸ਼ਨ ਦੇ ਵਿੱਚ ਦੁਬਾਰੇ ਰੀਓਪਨ ਕਰਨ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਆ ਬੜਾ ਇੱਕ ਪ੍ਰੈਕਟੀਕਲ ਇਸ ਵੇਲੇ ਸਿਚੁਏਸ਼ਨ ਹੈ ਚਮਕੌਰ ਜੀ, ਕਿਉਂਕਿ ਸਰਕਾਰਾਂ ਦੇ ਉੱਤੇ ਪ੍ਰੈਸ਼ਰ ਵੀ ਹੈ, ਦਬਾਅ ਵੀ ਹੈ ਕਿ ਅਸੀਂ ਇਕਨੋਮੀ ਨੂੰ ਖੋਲਣਾ ਹੈ, ਕਿੰਨੀ ਦੇਰ ਸਿਸਟਮ ਨੂੰ ਬੰਦ ਰੱਖਾਂਗੇ। ਮੌਸਮ ਖੁੱਲ ਰਿਹਾ, ਲੋਕੀ ਵੀ ਚਾਹੁੰਦੇ ਨੇ ਇੱਧਰ ਉੱਧਰ ਘੁੰਮਣਾ। ਹੁਣ ਬੱਚੇ ਘਰ ਨੇ, ਬੱਚਿਆਂ ਦੀ ਛੁੱਟੀਆਂ ਇੱਕ ਤਰ੍ਹਾਂ ਦੀਆਂ ਅਗਸਤ ਦੇ ਐਂਡ ਤੱਕ ਛੁੱਟੀਆਂ ਹੀ ਰਹਿਣੀਆਂ ਜਦੋਂ ਤੱਕ ਨਵਾਂ ਸੈਸ਼ਨ ਨਹੀਂ ਲੱਗਦਾ। ਸੋ ਮੌਸਮ ਖੁੱਲਣ ਦੇ ਕਾਰਨ ਪੇਰੈਂਟਸ ਵੀ ਜਾਣਾ ਚਾਹੁੰਦੇ ਨੇ। ਇੱਕ ਜਿਹੜਾ ਹਿਊਮਨ ਨੇਚਰ ਹੈ ਉਹ ਵੀ ਬੜੀ ਇੱਕ ਚੈਲੰਜ ਹੋ ਜਾਂਦਾ ਹੈ। ਲੇਕਿਨ ਦੂਸਰੇ ਪਾਸੇ ਜਿਹੜੇ ਨਵੇਂ ਕੇਸਿਸ ਨੇ COVID-19 ਨੂੰ, ਜੇ ਓਨਟਾਰੀਓ ਦਾ ਮੈਂ ਐਗਜ਼ਾਮਪਲ ਦਵਾਂ, ਲਗਾਤਾਰ ਆਲਮੋਸਟ 350, ਪੌਣੇ 400 ਕਿਸ ਵੇਲੇ 420-25 ਤੱਕ ਵੀ ਕੇਸਿਸ ਪਹੁੰਚ ਜਾਂਦੇ ਨੇ। ਜੇ ਓਨਟਾਰੀਓ ਦੇ ਆંકੜਿਆਂ ਦੀ ਨਿਗਾਹ ਮਾਰੀਏ, 25,000 ਤੋਂ ਜ਼ਿਆਦਾ ਇੱਥੇ ਕੋਵਿਡ ਦੇ ਕੇਸਿਸ ਹੋਏ ਨੇ। ਕਾਫੀ ਹੱਦ ਤੱਕ ਠੀਕ ਵੀ ਹੋ ਗਏ ਨੇ, ਲੇਕਿਨ ਫਿਰ ਵੀ 2000 ਦੇ ਕਰੀਬ ਲੋਕ ਆਪਣੀ ਜਾਨ ਓਨਟਾਰੀਓ ਦੇ ਵਿੱਚ ਗਵਾ ਬੈਠੇ ਨੇ। ਸੋ ਸਰਕਾਰ ਦਾ ਰਿਕੁਐਸਟ, ਸਰਕਾਰ ਦਾ ਮੰਨਣਾ ਆਹੀ ਹੈ ਕਿ ਇਸ COVID-19 ਨੂੰ ਲੜਨ ਦੇ ਲਈ, ਇਹਨੂੰ ਹਰਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਆਪਣਾ ਸਹਿਯੋਗ ਦੇਣਾ ਪੈਣਾ। ਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ, ਕੱਲੀ ਮੈਡੀਕਲ ਫੈਸਿਲਿਟੀਆਂ ਕੁਝ ਨਹੀਂ ਕਰ ਸਕਦੀਆਂ, ਜਿੰਨੇ ਦੇਰ ਤੱਕ ਸੋਸ਼ਲ ਮੂਵਮੈਂਟ ਨਹੀਂ ਬਣਦਾ। ਔਰ ਸੋਸ਼ਲ ਮੂਵਮੈਂਟ ਨੂੰ ਬਣਾਉਣ ਦੇ ਲਈ ਇੱਕ ਕਾਮਨ ਸੈਂਸ ਅਪਰੋਚ ਚਾਹੀਦੀ ਹੈ। ਜੇ ਤੁਹਾਡੇ ਉੱਤੇ ਸਰਕਾਰ ਨੇ, ਜੇ ਤੁਹਾਨੂੰ ਇਨਸਟਰਕਸ਼ਨਸ ਆਈਆਂ ਨੇ ਕਿ 5 ਜਣਿਆਂ ਤੋਂ ਜ਼ਿਆਦਾ ਇਕੱਠ ਨਹੀਂ ਕਰਨਾ, ਫੋਰ ਐਗਜ਼ਾਮਪਲ ਓਨਟਾਰੀਓ ਵਿੱਚ, ਪਲੀਜ਼ ਉਸ ਚੀਜ਼ ਨੂੰ ਫੋਲੋ ਕਰੋ। ਜੇ ਉਹਨਾਂ ਨੇ ਕਿਹਾ ਕਿ ਫਿਜ਼ੀਕਲ ਡਿਸਟੈਂਸ ਬਣਾ ਕੇ ਚੱਲੋ 2 ਮੀਟਰ ਦਾ, ਜਿਹੜਾ ਘੱਟੋ ਘੱਟ 6 ਫੁੱਟ ਦਾ ਡਿਸਟੈਂਸ ਹੋਣਾ ਚਾਹੀਦਾ ਹੈ। ਬਿਜ਼ਨੈਸਿਸ ਨੂੰ ਇਸ ਚੀਜ਼ ਨੂੰ ਇਨਸ਼ੋਰ ਕਰਨਾ ਜ਼ਰੂਰੀ ਹੋ ਜਾਏਗਾ ਕਿ ਉਹ ਜੇ ਆਪਣਾ ਬਿਜ਼ਨਸ ਖੋਲ ਰਹੇ ਨੇ ਉਹਦੇ ਵਿੱਚ ਪ੍ਰੋਪਰ ਉਹਨਾਂ ਨੇ ਇਸ ਤਰ੍ਹਾਂ ਦੀਆਂ ਪ੍ਰੀਕਾਸ਼ਨਸ ਲਈਆਂ ਨੇ ਜਾਂ ਨਹੀਂ ਲਈਆਂ। ਪ੍ਰੋਪਰ ਜਿਹੜੀ ਸਾਫ ਸੁਥਰਾਪਨ ਹੈ, ਕਲੀਨਲੀਨੈਸ ਹੈ, ਸੈਨੀਟਾਈਜ਼ਰ ਯੂਜ਼ ਕਰਨਾ, ਹੱਥਾਂ ਨੂੰ ਬਾਰ-ਬਾਰ ਧੋਣਾ, ਉਹ ਤਾਂ ਬੇਸਿਕ ਚੀਜ਼ਾਂ ਨੇ। ਲੇਕਿਨ ਕਈ ਵਾਰ ਆ ਵੀ ਦੇਖਣ ਚ ਆ ਰਿਹਾ ਕਿ ਲੋਕ ਵੱਡੇ ਵੱਡੇ ਮਾਲਸ ਦੇ ਵਿੱਚ ਜਾਂਦੇ ਨੇ, ਫੋਰ ਐਗਜ਼ਾਮਪਲ ਕਾਸਕੋ, ਵਾਲਮਾਰਟ, ਤੁਸੀਂ ਸ਼ਾਪਿੰਗ ਕਰਨ ਜਾ ਰਹੇ ਹੋ, ਜਿਹੜੇ ਡਿਸਪੋਜ਼ੇਬਲ ਗਲਵਸ ਨੇ ਉਹ ਪਾ ਕੇ ਤਾਂ ਚਲੇ ਜਾਂਦੇ ਨੇ, ਲੇਕਿਨ ਜਦੋਂ ਆਪਣੀ ਗੱਡੀ ਕੋਲ ਵਾਪਸ ਆਉਂਦੇ ਨੇ ਤਾਂ ਉੱਥੇ ਹੀ ਨੀਚੇ ਸਿੱਟ ਕੇ ਉਹ ਆਪਣੀ ਗੱਡੀ ਡਰਾਈਵ ਕਰਕੇ ਚਲੇ ਜਾਂਦੇ ਨੇ। ਸੋ ਥੋੜੀ ਜਿਹੀ ਜਿਹੜੀ ਕਾਮਨ ਸੈਂਸ ਹੈ, ਸਿਵਿਕ ਸੈਂਸ ਹੈ, ਉਹ ਇਸ ਵੇਲੇ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ। COVID-19 ਦੇਖੋ ਆ ਕਿਤੇ ਰਾਤੋਂ ਰਾਤ ਨਾ ਤਾਂ ਆਇਆ ਹੈ, ਨਾ ਰਾਤੋਂ ਰਾਤ ਇਹਨੇ ਜਾਣਾ ਹੈ। ਇੱਕ ਨਵੇਂ ਤਰ੍ਹਾਂ ਦਾ ਲਾਈਫ ਸਟਾਈਲ ਬਣ ਗਿਆ ਹੈ, ਸਾਨੂੰ ਸਾਰਿਆਂ ਨੂੰ ਇਹਨੂੰ ਅਡਾਪਟ ਕਰਨਾ ਪਏਗਾ। ਫਿਜ਼ੀਕਲ ਡਿਸਟੈਂਸਿੰਗ ਦੇ ਜਿਹੜੇ ਨੋਰਮਸ ਨੇ ਉਹਨਾਂ ਨੂੰ ਫੋਲੋ ਕਰਨਾ ਪਏਗਾ। ਔਰ ਉਹਦੇ ਵਿੱਚ ਜੇ ਮਾਸਕ ਪਹਿਨਣਾ ਸਰਕਾਰ ਵੱਲੋਂ ਹਦਾਇਤ ਆਈ ਹੈ, ਨਾਨ ਮੈਡੀਕਲ ਮਾਸਕ, ਦੇਖੋ ਮੈਡੀਕਲ ਮਾਸਕ ਤਾਂ ਹੈਲਥ ਕੇਅਰ ਵਰਕਰਸ ਨੂੰ ਮਿਲ ਜਾਵੇ ਉਹੀ ਗਨੀਮਤ ਹੈ, ਕਿਉਂਕਿ ਆਲਰੇਡੀ ਬਹੁਤ ਜ਼ਿਆਦਾ ਸ਼ਾਰਟੇਜ ਚੱਲ ਰਹੀ ਹੈ ਕੈਨੇਡਾ ਭਰ ਦੇ ਵਿੱਚ। ਜਿਹੜੀਆਂ ਸਪਲਾਈਆਂ ਚਾਈਨਾ ਜਾਂ ਹੋਰ ਦੇਸ਼ਾਂ ਤੋਂ ਆ ਰਹੀਆਂ ਨੇ ਉਹ ਕਈ ਵਾਰ ਕੈਨੇਡੀਅਨ ਸਟੈਂਡਰਡਸ ਨੂੰ ਮੀਟ ਨਹੀਂ ਕਰ ਰਹੀਆਂ। ਲੇਕਿਨ ਨਾਨ ਮੈਡੀਕਲ ਜਿਹੜਾ ਮਾਸਕ ਹੈ, ਕੱਪੜੇ ਦਾ ਬਣਿਆ ਹੋਇਆ ਹੈ, ਜਾਂ ਜਿਹੜੇ ਨਾਨ ਮੈਡੀਕਲ ਮਾਸਕ ਨੇ, ਉਹਨਾਂ ਨੂੰ ਤੁਸੀਂ ਜ਼ਰੂਰ ਇਸਤੇਮਾਲ ਕਰੋ ਔਰ ਉਹਨੂੰ ਰੈਗੂਲਰਲੀ ਕਲੀਨ ਵੀ ਕਰਦੇ ਰਹੋ, ਉਹਨਾਂ ਨੂੰ ਧੋਂਦੇ ਵੀ ਰਹੋ। ਪ੍ਰੋਪਰ ਗਲਵਸ, ਡਿਸਪੋਜ਼ੇਬਲ ਗਲਵਸ ਪਾਓ, ਸੈਨੀਟਾਈਜ਼ਰ ਨੂੰ ਵਰਤੋ। ਸੋ ਛੋਟੀਆਂ ਛੋਟੀਆਂ ਚੀਜ਼ਾਂ ਦਾ ਹਰ ਸ਼ਖਸ ਹਰ ਮੀਡੀਆ ਅਦਾਰਾ ਪ੍ਰਚਾਰ ਕਰ ਰਿਹਾ ਹੈ, ਲੇਕਿਨ ਜ਼ਰੂਰਤ ਹੈ ਉਹਦੇ ਉੱਤੇ ਅਮਲੀ ਜਾਮਾ ਪਹਿਨਾਉਣ ਦੀ। ਮਨ ਜੀ, ਤੁਸੀਂ ਆਪਣੇ ਜਿਹੜੇ ਮੈਗਜ਼ੀਨ ਰੋਡ ਟੂ ਡੇ ਮੈਗਜ਼ੀਨ ਦੇ ਰਾਹੀਂ ਵੱਖ-ਵੱਖ ਸਮੇਂ ਦੇ ਉੱਪਰ ਗਾਈਡਲਾਈਨ ਜੇ ਟਰੱਕਿੰਗ ਇੰਡਸਟਰੀ ਦੇ ਲਈ ਲੈ ਕੇ ਆਉਣੇ ਹੈਗੇ, ਪਰ ਇਸ ਜਿਹੜੀ ਹੁਣ ਸਿਚੁਏਸ਼ਨ ਚੱਲ ਰਹੀ ਹੈਗੀ, ਇਸ ਨੂੰ ਲੈ ਕੇ ਤੁਹਾਡੀ ਵੀ ਹੁਣ ਜਿਹੜਾ ਤੁਹਾਡਾ ਨਵਾਂ ਐਡੀਸ਼ਨ ਆਵੇਗਾ ਉਹਦੇ ਵਿੱਚ ਹੀ ਤੁਹਾਡੀਆਂ ਗਾਈਡਲਾਈਨਸ ਹੋਣਗੀਆਂ, ਕਿਉਂਕਿ ਨਵੀਆਂ ਗਾਈਡਲਾਈਨਸ ਹੋਣਗੀਆਂ ਤੁਹਾਡੀਆਂ ਜਿਹੜੀਆਂ ਹੈਲਥ ਮਾਹਿਰ ਦੇ ਨਾਲ ਜਾਂ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੇ ਮਾਹਰ ਹੈਗੇ ਨੇਗੇ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੋਵੇਗੀ। ਨਵੀਆਂ ਜਿਹੜੀਆਂ ਹੁਣ ਗਾਈਡਲਾਈਨਸ ਹੈਗੀਆਂ ਨੇ ਟਰੱਕਿੰਗ ਇੰਡਸਟਰੀ ਦੀ ਗੱਲ ਕਰ ਲਈਏ, ਚਾਹੇ ਆਪਾਂ ਜਿਹੜੇ ਕੈਬਾਂ ਦੀ ਗੱਲ ਕਰ ਲਈਏ ਜਾਂ ਜਿਹੜੇ ਰੈਗੂਲਰ ਆਪਣੇ ਵਾਹਨ ਹੈਗੇ ਜਿਹੜੇ ਅਸੀਂ ਚਲਾਉਣੇ ਹੈਗੇ ਉਹਨਾਂ ਦੀ ਗੱਲ ਕਰ ਲਈਏ, ਕਿੱਦਾਂ ਦੀਆਂ ਸਾਵਧਾਨੀਆਂ ਸਾਨੂੰ ਵਰਤਣ ਦੀ ਹੁਣ ਲੋੜ ਹੈਗੀ ਆ, ਜਾਂ ਉਹਨਾਂ ਦੀ ਸਾਫ਼ ਸਫਾਈ ਦੇ ਲਈ ਅੰਦਰੋਂ ਜਿੱਥੇ ਅਸੀਂ ਬੈਠਣਾ ਹੈਗਾ ਸਟੀਅਰਿੰਗ ਦੇ ਉੱਪਰ, ਜਾਂ ਕਿੱਦਾਂ ਦੀਆਂ ਸਾਨੂੰ ਸਿਚੁਏਸ਼ਨ ਦਾ ਸਾਹਮਣਾ ਕਰਨਾ ਪਵੇਗਾ ਤੇ ਕਿੱਦਾਂ ਸਾਨੂੰ ਵਾਹਨਾਂ ਦੀ ਸਫਾਈ ਰੱਖਣੀ ਪਵੇਗੀ? ਬਿਲਕੁਲ, ਅਗੇਨ ਬਹੁਤ ਵਧੀਆ ਸਵਾਲ ਤੁਹਾਡਾ। ਦੇਖੋ ਹੋ ਕੀ ਰਿਹਾ ਹੈ ਕਿ ਆ ਸਾਰਾ ਇੱਕ
ਲੜੀਵਾਰ ਇੱਕ ਸਿਸਟਮ ਹੈਗਾ ਸਪਲਾਈ ਚੇਨ ਮੂਵਮੈਂਟ ਦੇ ਵਿੱਚ। ਇਕੱਲਾ ਟਰੱਕ ਨਹੀਂ ਹੈਗਾ, ਤੁਸੀਂ ਜਿੱਥੋਂ ਸ਼ਿਪਿੰਗ ਹੁੰਦੀ ਹੈ, ਜਿੱਥੋਂ ਡਿਸਪੈਚ ਹੁੰਦੀ ਹੈ, ਜਿੱਥੇ ਐਡਮਿਨਿਸਟ੍ਰੇਟਿਵ, ਜਿੱਥੇ ਬਿਲਿੰਗ ਹੁੰਦੀ ਹੈ, ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਲੇਕਿਨ ਸਿੰਸ ਜਿਹੜਾ ਟਰੱਕ ਹੈ, ਜਿਹੜਾ ਕੈਬ ਹੈ, ਉਹਦੇ ਵਿੱਚ ਇੱਕ ਡਰਾਈਵਰ ਬੜਾ ਲੰਬਾ ਸਮਾਂ ਸਪੈਂਡ ਕਰਦਾ ਹੈ, 8 10 12 ਘੰਟੇ ਲਈ ਉਹ ਡਰਾਈਵ ਕਰਦਾ ਹੈ, ਤੇ ਇਸ ਚੀਜ਼ ਨੂੰ ਜ਼ਰੂਰ ਉਹ ਐਕਸਟਰਾ ਪ੍ਰੀਕਾਸ਼ਨ ਲੈ ਕੇ ਚੱਲਣ ਕਿ ਉਹਨਾਂ ਦੇ ਟਰੱਕ ਦੇ ਵਿੱਚ, ਉਹਨਾਂ ਦੇ ਕੈਬ ਦੇ ਵਿੱਚ ਬਕਾਇਦਾ ਸੈਨੀਟਾਈਜ਼ਰ ਹੈ, ਬਕਾਇਦਾ ਉੱਥੇ ਡਿਸਪੋਜ਼ੇਬਲ ਗਲਵਸ ਹੈਗੇ ਨੇ, ਮਾਸਕ ਵਗੈਰਾ ਹੈਗਾ, ਚਾਹੇ ਨਾਨ ਮੈਡੀਕਲ ਮਾਸਕ ਜਾਂ ਮੈਡੀਕਲ ਮਾਸਕ। ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਪ੍ਰੀ ਟ੍ਰਿਪ ਇਨਸਪੈਕਸ਼ਨ ਦਾ ਹਿੱਸਾ ਬਣਾ ਲੈਣ। ਜਿਸ ਤਰ੍ਹਾਂ ਪ੍ਰੀ ਟ੍ਰਿਪ ਇਨਸਪੈਕਸ਼ਨ ਤੁਸੀਂ ਕਰਦੇ ਹੋ ਕਿ ਟਰੱਕ ਦਾ ਮਕੈਨੀਕਲੀ ਫਿਟ ਹੈਗਾ, ਉਹਦੇ ਵਿੱਚ ਕੋਈ ਨੁਕਸ ਤਾਂ ਨਹੀਂ, ਉਹਦੇ ਟਾਇਰਾਂ ਵਿੱਚ ਪ੍ਰੈਸ਼ਰ ਹੈ ਕਿ ਨਹੀਂ। ਸਿਮਿਲਰਲੀ ਆ ਜਿਹੜੀ ਕੋਵਿਡ-19 ਦੀਆਂ ਇਨਸਟਰਕਸ਼ਨਸ ਨੇ, ਇਹਨਾਂ ਨੂੰ ਵੀ ਤੁਸੀਂ ਇੱਕ ਰੈਗੂਲਰ ਆਪਣਾ ਲਾਈਫ ਸਟਾਈਲ ਬਣਾਉਣਾ। ਦੇਖੋ ਅੱਜ ਕੱਲ੍ਹ ਸੜਕਾਂ ਦੇ ਉੱਤੇ ਚਮਕੌਰ ਜੀ ਟ੍ਰੈਫਿਕ ਘੱਟ ਹੈ, ਤੁਹਾਡਾ ਸਟਾਪ ਐਂਡ ਗੈਪ ਜਿਹੜਾ ਹੈਗਾ ਉਹ ਘੱਟ ਤੁਹਾਨੂੰ ਹੁੰਦਾ। ਸੋ ਜੇ ਤੁਹਾਡੇ 10-15 ਮਿੰਟ ਐਕਸਟਰਾ ਆਪਣੇ ਕੈਬ ਨੂੰ ਸਾਫ਼ ਕਰਨ ਚ ਲੱਗ ਵੀ ਜਾਣਗੇ ਤੇ ਉਹ ਇੱਕ ਸਮਝ ਲਓ ਕਿ ਤੁਹਾਡੇ ਆਪਣੀ ਬਿਹਤਰੀ ਲਈ ਹੈਗਾ। ਟਰੱਕ ਦੇ ਅੰਦਰ ਬਾਹਰ ਜਿਹੜਾ ਦਰਵਾਜ਼ੇ ਦੇ ਹੈਂਡਲਸ ਨੇ, ਟਰੱਕਾਂ ਦੇ ਸਟੀਅਰਿੰਗ ਵੀਲਸ ਨੇ, ਰੇਅਰ ਵਿਊ ਜਿਹੜਾ ਮਿਰਰ ਹੈ, ਜਿਹੜੇ ਵੱਖਰੇ ਵੱਖਰੇ ਸ਼ਿਫਟਿੰਗ ਦੇ ਸਵਿਚਸ ਹੁੰਦੇ ਨੇ, ਤੁਹਾਡੇ ਸੀਵੀ ਡਿਵਾਈਸਿਸ ਨੇ, ਤੁਹਾਡੇ ਇਹਦੇ ਨਾਲ ਨਾਲ ELD ਡਿਵਾਈਸਿਸ ਨੇ, ਡਿਸਪੈਚ ਦਾ ਕੋਈ ਸਮਾਨ ਹੈ, ਆ ਸਾਰੇ ਜਿਹੜਾ ਇਲੈਕਟ੍ਰੋਨਿਕ ਸਮਾਨ ਹੈ ਇਹਨੂੰ ਰੈਗੂਲਰਲੀ ਤੁਸੀਂ ਡਿਸਇਨਫੈਕਟਿੰਗ ਦੇ ਨਾਲ ਸਾਫ਼ ਕਰਦੇ ਰਹੋ, ਆਪਣੇ ਵਾਸਤੇ ਵੀ ਔਰ ਆਪਣੇ ਤੋਂ ਅਗਲੀ ਸ਼ਿਫਟ ਵਿੱਚ ਆਉਣ ਵਾਲੇ ਆਪਣੇ ਸਹਿਯੋਗੀ ਲਈ ਵੀ। ਸੋ ਚੀਜ਼ਾਂ ਬੜੀਆਂ ਕਾਮਨ ਨੇ। ਕੈਬ ਦੇ ਅੰਦਰ ਜਿਹੜਾ ਤੁਹਾਡਾ ਸਰਾਣਾ ਹੈਗਾ, ਜਿਹੜਾ ਗੱਦਾ ਹੈਗਾ, ਜਿਹੜੀਆਂ ਚਾਦਰਾਂ ਹੈਗੀਆਂ, ਉਹਨਾਂ ਨੂੰ ਰੈਗੂਲਰਲੀ ਤੁਸੀਂ ਧਵਾਓ। ਜਿਹੜਾ ਗਾਰਬੇਜ ਬਿਨ ਤੁਸੀਂ ਟਰੱਕ ਦੇ ਅੰਦਰ ਰੱਖਿਆ, ਜਿਹਦੇ ਵਿੱਚ ਤੁਸੀਂ ਮੈਲੇ ਕੱਪੜੇ ਪਾਉਂਦੇ ਹੋ ਜਾਂ ਹੋਰ ਗਾਰਬੇਜ ਸਿੱਟਦੇ ਹੋ, ਉਹਨੂੰ ਟਾਈਮ ਸਿਰ ਖਾਲੀ ਕਰਦੇ ਰਹੋ। ਇਸੇ ਤਰੀਕੇ ਨਾਲ ਜਿਹੜੇ ਤੁਸੀਂ ਫਿਊਲ ਪੰਪ ਤੇ ਜਾਣਾ ਹੈ, ਕਿਸੇ ਗੈਸ ਸਟੇਸ਼ਨ ਤੇ ਆਪਣੀ ਗੈਸ ਭਰਵਾਉਣੀ ਹੈ, ਡੀਜ਼ਲ ਭਰਵਾਉਣਾ ਹੈ, ਤੇ ਜ਼ਰੂਰ ਡਿਸਪੋਜ਼ੇਬਲ ਗਲਵਸ ਪਾਓ। ਗਲਵਸ ਪਾਉਣ ਤੋਂ ਬਾਅਦ ਹੋਏਗਾ ਕਿ ਤੁਸੀਂ ਜਿਹੜੇ ਉਹ ਜਰਮਸ ਨੇ, ਜਿਹੜੇ ਵਾਇਰਸਿਸ ਨੇ, ਜਿਹੜੇ ਫਿਊਲ ਸਟੇਸ਼ਨ ਦੇ ਉੱਤੇ ਵੱਖਰੇ ਵੱਖਰੇ ਲੋਕਾਂ ਨੇ ਫਿਊਲ ਪੰਪ ਨੂੰ ਵਰਤਿਆ, ਉਹਨਾਂ ਦਾ ਜਿਹੜਾ ਅੱਗੇ ਫੈਲਾਅ ਰੁਕ ਸਕਦਾ ਹੈ। ਸੋ ਕਾਮਨ ਸੈਂਸ ਅਪਰੋਚ ਜਿਹੜੀ ਹੈ ਉਹ ਇਸ ਵੇਲੇ ਵਰਤਣੀ ਬਹੁਤ ਬਹੁਤ ਜ਼ਰੂਰੀ ਹੈ। ਸਿਮਿਲਰਲੀ ਜਿਹੜੇ ਮਾਸਕ ਨੇ, ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ, ਨਾਨ ਮੈਡੀਕਲ ਮਾਸਕ ਜ਼ਰੂਰ ਆਪਣੇ ਕੋਲ ਹੈਂਡੀ ਰੱਖੋ, ਔਰ ਜੇ ਕੱਪੜੇ ਦੇ ਮਾਸਕ ਨੇ ਤੇ ਉਹਨੂੰ ਕੋਸ਼ਿਸ਼ ਕਰੋ ਕਿ ਹਰ ਰੋਜ਼ ਉਹਨੂੰ ਸ਼ਾਮ ਨੂੰ ਤੁਸੀਂ ਜਿਹੜੇ ਕੰਮ ਤੋਂ ਵਾਪਸ ਆਉਂਦੇ ਹੋ ਉਹਨੂੰ ਜ਼ਰੂਰ ਤੁਸੀਂ ਰੈਗੂਲਰਲੀ ਵਾਸ਼ ਕਰੋ, ਕਲੀਨ ਕਰੋ। ਆਪਣੀ ਜਿਹੜੀ ਵਰਕ ਡਰੈਸ ਹੈ ਉਹਨੂੰ ਵੀ ਰੈਗੂਲਰਲੀ ਧਵਾਓ। ਔਰ ਖਾਸ ਕਰਕੇ ਜੇ ਤੁਸੀਂ ਟਰੱਕ ਨੂੰ ਰਿਪੇਅਰ ਕਰਵਾਉਣ ਜਾ ਰਹੇ ਹੋ, ਦੇਖੋ ਟੈਕਨੀਸ਼ੀਅਨ ਜਿਹੜੇ ਨੇ ਉਹ ਅੱਜ ਕੱਲ੍ਹ ਮੋਸਟਲੀ ਮੈਂ ਦੇਖਣ ਚ ਆਇਆ ਹੈ ਕਿ ਉਹ ਤੁਹਾਡੇ ਕੈਬ ਦੇ ਅੰਦਰ ਨਹੀਂ ਜਾਂਦੇ, ਕਿਉਂਕਿ ਉਹਨਾਂ ਨੂੰ ਹੁੰਦਾ ਹੈ ਕਿ ਵੀ ਡਰਾਈਵਰ ਪਤਾ ਨਹੀਂ ਕਿਸ ਮਾਹੌਲ ਦੇ ਵਿੱਚ ਉਹਨੇ ਡਰਾਈਵ ਕੀਤਾ ਹੈ। ਹੋ ਸਕਦਾ ਡਰਾਈਵਰ ਨੂੰ ਕਹਿਣ ਕਿ ਤੁਸੀਂ ਜੀ ਕੈਬ ਦੇ ਅੰਦਰ ਬੈਠੋ ਤੇ ਟਰੱਕ ਨੂੰ ਤੁਸੀਂ ਸਾਡੇ ਅੰਦਰ ਇੱਥੇ ਬੇ ਦੇ ਵਿੱਚ ਲੈ ਕੇ ਆਓ ਤੇ ਅਸੀਂ ਉਹਨੂੰ ਠੀਕ ਕਰਾਂਗੇ, ਔਰ ਤੁਸੀਂ ਉਹਨੂੰ ਸਟਾਰਟ ਕਰੋ, ਤੁਸੀਂ ਉਹਨੂੰ ਸਵਿਚ ਉਹਦਾ ਆਫ ਕਰੋ। ਸੋ ਕਈ ਤਰ੍ਹਾਂ ਦੇ ਵਰਕ ਪਲੇਸ ਕੰਡੀਸ਼ਨਸ ਦੇ ਵਿੱਚ ਚੇਂਜਸ ਆਈਆਂ ਨੇ। ਆ ਚੇਂਜਸ ਸਾਡੇ ਬਿਹਤਰੀ ਲਈ ਨੇ। ਕਈ ਵਾਰ ਸਾਨੂੰ ਲੱਗਦਾ ਹੈ ਕਿ ਯਾਰ ਮੈਨੂੰ ਕਿਉਂ ਏਦਾਂ ਕਿਹਾ ਜਾ ਰਿਹਾ ਹੈ ਜਾਂ ਮੈਨੂੰ ਕਿਉਂ ਨਹੀਂ ਮੈਨੂੰ ਪੂਰੀ ਐਕਸੈਸ ਮਿਲ ਰਹੀ। ਸੋ ਆ ਸਾਰੀਆਂ ਚੀਜ਼ਾਂ ਕੋਵਿਡ-19 ਪੈਂਡੈਮਿਕ ਦੇ ਚੱਲਦੇ ਹੀ ਜਾਰੀ ਕੀਤੀਆਂ ਗਈਆਂ। ਮਨਨ ਜੀ, ਸਮਾਂ ਆਪਣਾ ਲਗਭਗ ਸਮਾਪਤ ਹੈਗਾ। ਲਾਸਟ ਦੇ ਵਿੱਚ ਇਹੀ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਕੋਈ ਤੁਹਾਡੇ ਮਨ ਦੇ ਵਿੱਚ ਹੋਰ ਕੋਈ ਸਵਾਲ ਹੋਵੇ ਟਰੱਕਿੰਗ ਇੰਡਸਟਰੀ ਤੋਂ ਬਿਨਾਂ ਵੀ, ਕੁਝ ਹੋਰ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ? ਪਹਿਲਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ FYI ਮੀਡੀਆ ਗਰੁੱਪ ਦੇ ਨਾਲ ਉਹਨਾਂ ਦੇ ਦਰਸ਼ਕਾਂ ਨਾਲ ਜੋੜਿਆ, ਖਾਸ ਮੁਲਾਕਾਤ ਸ਼ੋਅ ਦੇ ਥਰੂ। ਬਹੁਤ ਬਹੁਤ ਸ਼ੁਕਰੀਆ। ਦੇਖੋ ਇਹ ਗੱਲ ਨਾਲ ਤਾਂ ਬਹੁਤ ਕੁਝ ਨੇ ਕਰਨ ਵਾਲੀਆਂ, ਲੇਕਿਨ ਮੈਂ ਬੇਨਤੀ ਆਹੀ ਕਰੂੰਗਾ ਕਿ ਸਾਰੇ ਹੀ ਸਾਡੇ ਦਰਸ਼ਕਾਂ ਨੂੰ ਕਿ ਇਹ ਬੜਾ ਔਖਾ ਸਮਾਂ ਹੈ, ਸਾਡੇ ਸਾਰਿਆਂ ਦੇ ਉੱਤੇ ਹੈਗਾ। ਸੋ ਆਓ ਮਿਲ ਕੇ ਕੋਵਿਡ-19 ਨੂੰ ਹਰਾਈਏ। ਔਰ ਜਿਸ ਤਰ੍ਹਾਂ ਤੁਹਾਡਾ ਸਲੋਗਨ ਹੈ ਕਿ ਡਰੀਏ ਨਾ, ਬਲਕਿ ਇਹਨੂੰ ਇੱਕ ਤੋਂ ਆਪਾਂ ਜਿੱਤੀਏ, ਇਹਨੂੰ ਹਰਾਈਏ। ਸੋ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਸਾਨੂੰ ਆਪਣਾ ਜਿਹੜਾ ਕਾਮਨ ਸੈਂਸ ਬਿਹੇਵੀਅਰ ਹੈ ਉਹਦੇ ਉੱਤੇ ਖਿਆਲ ਰੱਖੀਏ। ਘਰ ਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਜਿਹੜਾ ਬਣਦਾ ਟਾਈਮ ਹੈ ਉਹ ਜ਼ਰੂਰ ਦਈਏ, ਕਿਉਂਕਿ ਇਸ ਦੌਰਾਨ ਚਮਕੌਰ ਜੀ ਕਾਫੀ ਸਾਰੇ ਮੈਂਟਲ ਹੈਲਥ ਇਸ਼ੂਜ਼ ਲੋਕਾਂ ਨੂੰ ਆਉਂਦੇ ਨੇ। ਕਾਫੀ ਸਾਰਾ ਦਿਮਾਗ ਦੇ ਉੱਤੇ ਤੁਹਾਡੇ ਬੋਝ ਹੈ, ਕੰਮ ਦਾ, ਬਿਜ਼ਨੈਸਿਸ ਦਾ, ਹੈਲਥ ਪੱਖੋਂ ਬਹੁਤ ਸਾਰੇ ਲੋਕਾਂ ਨੇ ਆਪਣੇ ਕਰੀਬੀਆਂ ਨੂੰ ਖੋ ਲਿਆ। ਸੋ ਉਹਨਾਂ ਨੂੰ ਖੋਣ ਦਾ ਦਮ ਵੀ ਹੈਗਾ। ਸੋ ਕੋਵਿਡ-19 ਨੂੰ ਲੈ ਕੇ ਸਰਕਾਰਾਂ ਆਪਣੇ ਲੈਵਲ ਤੇ ਕੋਸ਼ਿਸ਼ਾਂ ਪੂਰੀਆਂ ਕਰ ਰਹੀਆਂ ਨੇ, ਲੇਕਿਨ ਆ ਜੰਗ ਸਾਨੂੰ ਸਾਰਿਆਂ ਨੂੰ ਇਕੱਠੇ ਹੀ ਜਿੱਤਣੀ ਪਏਗੀ। ਜੇ ਇੱਕ ਵੀ ਲੜੀ ਲੂਜ਼ ਹੁੰਦੀ ਹੈ ਤੇ ਸਮਝ ਲਓ ਫਿਰ ਕੋਵਿਡ-19 ਤੋਂ ਸਾਡਾ ਬਚਾਅ ਕਰਨਾ ਬਹੁਤ ਔਖਾ ਹੈ। ਸੋ ਅਖੀਰ ਦੇ ਵਿੱਚ ਮੈਂ ਇੱਕ ਗੱਲ ਹੋਰ ਕਹੂੰਗਾ ਕਿ ਟਰੱਕਿੰਗ ਇੰਡਸਟਰੀ ਦੀ ਲੇਟੈਸਟ ਜਾਣਕਾਰੀ ਲੈਣ ਲਈ ਤੁਸੀਂ roadtoday.com ਤੇ ਜਾ ਸਕਦੇ ਹੋ। ਕਾਫੀ ਸਾਰੇ ਇਨਫੋਰਮੇਟਿਵ ਰਿਸੋਰਸਿਸ, ਕਿਉਂਕਿ ਹਰ ਰੋਜ਼ ਕਈ ਕਾਇਦੇ ਕਾਨੂੰਨ ਬਦਲ ਰਹੇ ਨੇ, ਤੁਹਾਨੂੰ ਉੱਥੇ ਇੰਗਲਿਸ਼, ਪੰਜਾਬੀ, ਹਿੰਦੀ ਚ ਮਿਲ ਜਾਣਗੇ। ਵਧੇਰੀ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਕਿਸੇ ਵੀ ਤਰੀਕੇ ਨਾਲ ਫੋਨ, ਈਮੇਲ ਜਾਂ ਟਵਿੱਟਰ ਜਾਂ ਫੇਸਬੁੱਕ ਦੇ ਜ਼ਰੀਏ ਵੀ ਜੁੜ ਸਕਦੇ ਹੋ। ਬਹੁਤ ਧੰਨਵਾਦ ਮਨਨ ਜੀ, ਬੜੀ ਵਧੀਆ ਤੁਸੀਂ ਜਾਣਕਾਰੀ ਸਾਡੇ ਟਰੱਕਿੰਗ ਭਾਈਚਾਰੇ ਦੇ ਲੋਕਾਂ ਦੇ ਲਈ ਅਕਸਰ ਹੀ ਲੈ ਕੇ ਆਉਂਦੇ ਹੋਗੇ। ਸਾਡਾ ਵੀ ਇਹੀ ਮਕਸਦ ਸੀਗਾ ਕਿ ਅਸੀਂ ਵੀ ਸਾਡੇ ਇਸ ਬਿਜ਼ਨਸ ਅਦਾਰੇ ਜਿਹੜੇ ਸਾਡੇ ਟਰੱਕਿੰਗ ਇੰਡਸਟਰੀ ਦੇ ਹੈਗੇ ਆ, ਸਾਡੇ ਕਮਿਊਨਿਟੀ ਦੇ ਲੋਕ ਹੈਗੇ, ਉਹਨਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਈਏ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਹੋਰ ਜਾਣਕਾਰੀ ਜਿਹੜੇ ਸਾਡੇ ਦਰਸ਼ਕਾਂ ਦੇ ਨਾਲ ਲੈ ਕੇ ਆਓਗੇ। ਤੇ ਅੱਜ ਦੇ ਲਈ ਤੁਹਾਡਾ ਬਹੁਤ ਧੰਨਵਾਦ।
ਬਹੁਤ ਸ਼ੁਕਰੀਆ। ਇੱਕ ਵਾਰ ਫਿਰ ਟਰੱਕਿੰਗ ਇੰਡਸਟਰੀ ਵਿੱਚ ਕੰਮ ਕਰ ਰਹੇ ਸਾਰੇ ਹੀ ਮੈਨ ਐਂਡ ਵੂਮਨ, ਉਹਨਾਂ ਨੂੰ ਸਾਡਾ ਸਲਾਮ ਹੈ, ਉਹਨਾਂ ਦਾ ਧੰਨਵਾਦ ਕਿ ਉਹਨਾਂ ਨੇ ਇਸ ਔਖੇ ਸਮੇਂ ਖਾਸ ਕਰਕੇ ਆਪਣੀਆਂ ਸੇਵਾਵਾਂ ਦਿੱਤੀਆਂ ਔਰ ਬੇਝਿਜਕ ਬੇਫਿਕਰ ਹੋ ਕੇ ਉਹਨਾਂ ਨੇ ਅੱਗੇ ਆ ਕੇ ਕਮਿਊਨਿਟੀ ਦਾ ਸਾਥ ਦਿੱਤਾ। ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ। ਸੋ ਇਹ ਸਨ ਮੰਨਨ ਗੁਪਤਾ ਜੀ, ਜਿਹੜੇ ਕਿ ਪਬਲਿਸ਼ਰ ਨੇ ਰੋਡ ਟੂ ਡੇ ਮੈਗਜ਼ੀਨ, ਜਿਹੜਾ ਸਾਡਾ ਕੈਨੇਡੀਅਨ, ਮੈਂ ਕਹਿ ਸਕਦਾ ਕਿ ਪੰਜਾਬੀ ਦਾ ਸਭ ਤੋਂ ਵੱਡਾ ਜਿਹੜਾ ਮੈਗਜ਼ੀਨ ਹੈਗਾ। ਤੁਸੀਂ ਕਿਤੇ ਵੀ ਜਾਂਦੇ ਹੋਗੇ ਤਾਂ ਤੁਹਾਨੂੰ ਇਹ ਮੈਗਜ਼ੀਨ ਜ਼ਰੂਰ ਮਿਲੇਗਾ। ਤੇ ਮੈਂ ਸਾਡੇ ਟਰੱਕਿੰਗ ਇੰਡਸਟਰੀ ਦੇ ਜਿਹੜੇ ਟਰੱਕਿੰਗ ਇੰਡਸਟਰੀ ਦੇ ਨਾਲ ਸਾਡੇ ਜੁੜੇ ਪੂਰੇ ਕੈਨੇਡਾ ਦੇ ਵਿੱਚ, ਖਾਸ ਕਰਕੇ ਭਾਵੇਂ ਅਮਰੀਕਾ ਦੇ ਵਿੱਚ ਜਾਂਦੇ ਹੋਣ ਉਹ ਸਾਡੇ ਵੀਰ ਹੈਗੇ ਨੇ, ਉਹਨਾਂ ਨੂੰ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਜਿਹੜਾ ਮੈਗਜ਼ੀਨ ਆ ਰੋਡ ਟੂ ਡੇ, ਤੁਸੀਂ ਜ਼ਰੂਰ ਦੇਖਿਆ ਕਰੋ ਇਹਨੂੰ। ਇਹਦੇ ਵਿੱਚ ਬਹੁਤ ਸਾਰੀਆਂ ਤੁਹਾਡੀਆਂ ਜਿਹੜੀਆਂ ਤੁਹਾਡੇ ਬਿਜ਼ਨਸ ਦੇ ਨਾਲ ਰਿਲੇਟਡ ਜਾਂ ਤੁਹਾਡੀ ਹੈਲਥ ਦੇ ਨਾਲ ਰਿਲੇਟਡ ਜਿਹੜੀਆਂ ਜਾਣਕਾਰੀਆਂ, ਉਹ ਮਾਹਰਾਂ ਤੋਂ ਲੈ ਕੇ ਮੰਨਨ ਗੁਪਤਾ ਜੀ ਹੋਰੀ ਇਹਦੇ ਵਿੱਚ ਇਸ ਮੈਗਜ਼ੀਨ ਦੇ ਵਿੱਚ ਲੈ ਕੇ ਆਉਂਦੇ ਨੇ। ਜੇਕਰ ਤੁਸੀਂ ਹਾਰਡ ਕਾਪੀ ਨਹੀਂ ਤੁਹਾਨੂੰ ਮਿਲਦੀ ਹੈਗੀ ਤਾਂ ਤੁਸੀਂ ਜਿਹੜਾ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਇਸ ਮੈਗਜ਼ੀਨ ਦੇ ਵਿੱਚ ਜਾਣਕਾਰੀ ਲੈ ਸਕਦੇ ਹੋ। ਸੋ ਅੱਜ ਦੇ ਲਈ ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਕੱਲ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੇਂ ਮਹਿਮਾਨ ਦੇ ਨਾਲ। ਧੰਨਵਾਦ।